वाहिगुरू जी का खालसा वाहिगुरू जी की फतेह। सन्मानयोग गुरु प्यारे स्वर गुरु सवारे सत्संगी जनों, आप सारिਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਕਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਮੂਲ ਮੰਤਰ ਦਾ ਪਾਠ ਕਰ ਲਈਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਅੱਜ ਦੀ ਗੁਰਮਤਿ ਕਲਾਸ ਵਿੱਚ ਸਾਡੇ ਨਾਲ ਮੋਹਾਲੀ ਤੋਂ ਭੈਣ ਜੀ ਇੰਦਰਜੀਤ ਕੌਰ ਜੀ, ਮਾਡਰਨ ਲਾਈਫ ਸਟਾਈਲ ਇਨ ਦੀ ਲਾਈਟ ਆਫ ਗੁਰਮਤਿ, ਗੁਰਮਤਿ ਸ਼ੈਲੀ ਔਰ ਸਾਡੀ ਜੀਵਨ ਸ਼ੈਲੀ, ਉਹਦੇ ਉੱਤੇ ਪੀਪੀਟੀ ਪ੍ਰੈਜੈਂਟੇਸ਼ਨ ਸਾਡੇ ਨਾਲ ਸਾਂਝੀ ਕਰ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਭੈਣ ਜੀ ਨੂੰ ਕਿ ਅੱਜ ਦੀ ਇਹ ਪ੍ਰੈਜੈਂਟੇਸ਼ਨ ਸ਼ੁਰੂ ਕੀਤੀ ਜਾਏ। ਭੈਣ ਜੀ ਇੰਦਰਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਨਮਿਊਟ ਨਹੀਂ ਕੀਤਾ ਹੋਇਆ ਉਹਨਾਂ ਨੇ ਆਪਣੇ ਆਪ। ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾਂ। ਗੁਰ ਕੈ ਸ਼ਬਦ ਬਨਾਵੋ ਇਹ ਮਨ, ਗੁਰ ਕਾ ਦਰਸ਼ਨ ਸੰਚੋ ਹਰ ਧਨ। ਉਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ। ਅਤ ਪ੍ਰੀਤਮ ਮੋਹਿ ਲਾਗੈ ਨਾਉ, ਉਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ। ਅਤ ਪ੍ਰੀਤਮ ਮੋਹਿ ਲਾਗੈ ਨਾਉ। ਰਹਾਉ ਤ੍ਰਿਪਤ ਅਘਾਵਨ ਸਾਚੈ ਨਾਇ, 68 ਮੱਜਨ ਸੰਤ ਧੂਰਾਏ। ਸਭ ਮਹਿ ਜਾਨੋ ਕਰਤਾ ਏਕ, ਸਾਧ ਸੰਗਤ ਮਿਲ बुद्ध विवेक। दास सगल का छोड़ अभिमान, नानक को गुर दीनो दान। वाहिगुरु। सो अज दा टॉपिक जो असी चूज किया वो हैगा मॉडर्न लाइफस्टाइल इन द लाइट ऑफ गुरमत। सो मैनू जो अंकल जी ने पूछा कि बेटा आप टॉपिक करना है, ते मैं उन्होंने पूछा बेटा इंटरेस्ट की है तुहाडा, है ना। तो मैं थोड़ा जिहा बेसिकली क्लीयर करना चाहांगी कि जिन्ना भी अज दा कुछ ये भाव मैं अपने इत्थे रखन जा रही हाँ, वो सारे मेरे पिछले कुछ सालां दे अपने एक्सपीरियंसिस है। हो सकता मैं किते किते गलत भी होवां, हो सकता कोई ऐदा नहीं है भी गूगल है या कोई कितों इन्फॉर्मेशन लिती है। मैं उन्होंने नाल ये गल कर रही सी भी अंकल जी मैं पिछले कुछ सालां च जो एक्सपीरियंस किया, जो मेरी लाइफ च चेंज आया, लाइफ स्टाइल बदलन नाल, सो उही मैं चाहती हाँ कि एक लड़ी च पिरो के मैं सब दे सामने प्रेजेंट करा। ते उन्होंने कहा कि बहुत वधिया, बिल्कुल। ते इसे तरह ये टॉपिक मैं करना शुरू किया। ते अंकल नेक्स्ट पेज करना है जी। हाँ जी, नेक्स्ट जी। सो इहदा जिहड़ा स्कोप रखिया हैगा जी, वो रखिया कि मॉडर्न लाइफस्टाइल दे विच सानू की कुछ फायदे ने ते किहड़ियां सानू प्रॉब्लम्स आ रही ने, किहड़ियां दिक्कतां दा सानू सामना करना पै रहा। ते उह दिक्कतां विचों भी एक पर्टिकुलर जिहड़ी प्रॉब्लम है वो असीं चूज कीती है, ओहदे ते ही विचार, बिकॉज ये मतलब इन्ना वास्ट टॉपिक है, ये इन्ना साडे नाल रिलेटेड टॉपिक है कि जदों इहदी तैयारी लई मैं कोई बाणी शब्द सहज पाठ करा ते मैनूं लग रहा सी हर शब्द रिलेटेड है, हर शब्द रिलेटेड है।
ਬੜੀ ਹੀ ਸੋਹਣੀ, ਮੈਨੂੰ ਬੜੀ ਪਿਆਰੀ ਗੱਲ ਲੱਗੀ ਕਿ ਹਾਂ, ਗੁਰੂ ਗ੍ਰੰਥ ਸਾਹਿਬ ਜੀ ਹੈ ਹੀ ਸਾਡੇ ਲਈ ਪੂਰਾ ਲਾਈਫ ਸਟਾਈਲ। ਬਾਣੀ ਦਾ ਇੱਕ ਇੱਕ ਸ਼ਬਦ ਹੀ ਸਾਡਾ ਲਾਈਫ ਸਟਾਈਲ ਗਾਈਡ ਕਰ ਰਿਹਾ ਹੈ ਵੀ ਤੁਸੀਂ ਕਿੱਦਾਂ ਜਿਉਣਾ ਹੈ ਨਾ। ਤੇ ਪਤਾ ਸੀ, ਪਰ ਹੁਣ ਹੋਰ ਪਤਾ ਲੱਗ ਰਿਹਾ ਸੀ ਤੇ ਬੜਾ ਵਿਸਮਾਦ ਜਿਹਾ ਹੋ ਰਿਹਾ ਸੀ, ਖਾਸ ਕਰਕੇ 600 ਤੋਂ 800 ਦੇ ਵਿੱਚ ਜਿੰਨੇ ਅੰਗ, ਜਿੰਨੇ ਸਾਨੂੰ ਹੁਕਮ ਲੈਣੇ ਆ ਅਸੀਂ ਡੇਲੀ, ਉਹ ਇੰਨੇ ਹੀ ਸੂਦਿੰਗ ਤੇ ਇੰਨੇ ਸਾਨੂੰ, ਜਿੱਦਾਂ ਇੱਕ ਮਾਂ ਆਪਣੇ ਬੱਚੇ ਨੂੰ ਔਖੇ ਟਾਈਮ ਤੇ ਪਲੋਸਦੀ ਹੈ ਨਾ ਵੀ ਮੈਂ ਹਾਂ ਪੁੱਤ ਤੇਰੇ ਨਾਲ, ਹਨਾ, ਘਬਰਾਉਣਾ ਨਹੀਂ, ਇਸ ਤਰ੍ਹਾਂ ਦੇ ਸ਼ਬਦ। ਤੇ ਉਸ ਤੋਂ ਬਾਅਦ ਇਹ ਮਾਡਰਨ ਲਾਈਫ ਸਟਾਈਲ ਨੂੰ ਜਦੋਂ ਦੇਖਿਆ ਤੇ ਫਿਰ ਸ਼ਬਦਾਂ ਨੂੰ ਪੜ੍ਹਿਆ ਤੇ ਮੈਂ ਸੋਚਿਆ ਕਿ ਵਾਹਿਗੁਰੂ ਜੀ, ਫਿਰ ਭੁੱਲ ਜਾਂਦੇ ਆ, ਬਾਰ-ਬਾਰ ਭੁੱਲ ਜਾਂਦੇ ਆ। ਇੱਕ ਇੱਕ ਬਾਣੀ ਸਾਨੂੰ ਇੱਕ ਇੱਕ ਪਲ ਤੇ ਗਾਈਡ ਕਰਦੀ ਹੈ। ਤੇ ਦੂਜੇ ਇਹਦੇ ਵਿੱਚੋਂ ਬੈਨੀਫਿਟਸ ਤਾਂ ਚਲੋ ਜੋ ਹੈ ਸਾਨੂੰ ਪਤਾ ਹੀ ਨੇ, ਜੋ ਕੰਫਰਟਸ ਵਧੇ, ਪਲੇਜ਼ਰਸ ਵਧੇ ਮਾਡਰਨ ਲਾਈਫ ਸਟਾਈਲ ਨਾਲ, ਪਰ ਜਿਹੜੀਆਂ ਪ੍ਰੋਬਲਮਸ ਨੇ, ਜਿਹੜੀਆਂ ਕਿ ਸਾਨੂੰ ਪੈਰਾਲਾਈਜ਼ ਕਰ ਰਹੀਆਂ, ਵਧਣ ਨਹੀਂ ਦੇ ਰਹੀਆਂ ਕਿਤੇ ਕਿਤੇ, ਉਹ ਪ੍ਰੋਬਲਮਸ ਨੂੰ ਮੈਂ ਡਿਸਕਸ ਕਰਨਾ ਚਾਹਾਂਗੀ। ਕਿਤੇ ਨਾ ਕਿਤੇ ਉਹਦੇ ਚੋਂ ਅਸੀਂ ਲੰਘੇ ਹਾਂ ਤੇ ਉਹਨਾਂ ਨੂੰ ਅਸੀਂ ਬਾਣੀ ਨਾਲ ਓਵਰਕਮ ਕੀਤਾ, ਜੋ ਐਕਸਪੀਰੀਅੰਸ ਮੈਂ ਸ਼ੇਅਰ ਕਰਨਾ ਚਾਹਾਂਗੀ। ਔਰ ਬਿਲਕੁਲ ਗੁਰਬਾਣੀ ਹਰ ਇੱਕ ਪ੍ਰੋਬਲਮ 'ਚ ਕਿਵੇਂ ਸਾਨੂੰ ਗਾਈਡ ਕਰ ਰਹੀ ਹੈ ਉਹ ਦੱਸਣਾ ਚਾਹਾਂਗੀ। ਸੋ ਨੈਕਸਟ ਸਲਾਈਡ ਪਲੀਜ਼। ਹਾਂਜੀ, ਤੇ ਮੋਟਾ ਜੀ ਆਪਾਂ ਗੱਲ ਕਰੀਏ ਲਾਈਫ ਸਟਾਈਲ ਹੁੰਦਾ ਕੀ ਹੈ। ਲਾਈਫ ਸਟਾਈਲ ਇੱਕ ਪੰਜਾਬੀ 'ਚ ਸਿੰਪਲ ਕਹਾਂ ਕਿ ਜ਼ਿੰਦਗੀ ਜੀਣ ਦਾ ਤਰੀਕਾ। ਸਾਡੇ ਕੋਲ ਜ਼ਿੰਦਗੀ ਜੀਣ ਲਈ ਸਾਡੇ ਕੋਲ ਅਸੀਂ ਕਿਸ ਸਟਾਈਲ 'ਚ ਰਹਿ ਰਹੇ ਹਾਂ, ਕਿੰਨੀਆਂ ਚੀਜ਼ਾਂ ਨੇ ਸਾਡੇ ਕੋਲ, ਸਾਡੀਆਂ ਜ਼ਰੂਰਤਾਂ, ਇੱਛਾਵਾਂ ਕੀ ਨੇ, ਸਾਡੇ ਕੀ ਇੰਟਰਸਟ ਨੇ। ਜਿੱਦਾਂ ਕੋਈ ਮੁੱਦਾ ਵੀ ਚੱਲਦਾ, ਉਹਦੇ ਉੱਤੇ ਜਦੋਂ ਅਸੀਂ ਆਪਣੀ ਰਾਏ ਵੀ ਦਿੰਦੇ ਹਾਂ ਤਾਂ ਉਹ ਸਾਡੀ ਜਿਹੜੀ ਰਾਏ ਹੈ ਉਹ ਕਿੱਥੋਂ ਪ੍ਰਭਾਵਿਤ ਹੁੰਦੀ ਹੈ ਨਾ। ਤਾਂ ਇਹ ਸਾਰਾ ਕੁਝ ਜਿਹੜਾ ਹੈ ਲਾਈਫ ਸਟਾਈਲ ਦੇ ਵਿੱਚ ਆਉਂਦਾ ਹੈ। ਜਿਵੇਂ ਮਤਲਬ ਮੈਨੂੰ ਇੱਛਾ ਤੋਂ ਸਮਝ ਆਈ ਕਿ ਆਪਾਂ, ਛੋਟੀ ਬੇਟੀ ਹੈ ਮੇਰੀ, 3.5 ਪੌਣੇ 4 ਸਾਲ ਦੀ, ਤੇ ਉਹਨੂੰ ਆਬਜ਼ਰਵ ਕਰ ਰਹੀ, ਮੈਂ ਉਹਨੂੰ ਪੁੱਛ ਰਹੀ ਸੀ ਪਰਸੋਂ, ਮੈਂ ਕਿਹਾ ਬੇਟਾ ਤੈਨੂੰ ਕੀ ਚਾਹੀਦਾ, ਮੈਂ ਕੀ ਲੈ ਕੇ ਦੇਵਾਂ। ਕਈ ਵਾਰੀ ਪਿਆਰ ਆਂਦਾ, ਲਾਡ ਆਂਦਾ ਹੈ ਨਾ, ਕੋਈ ਬੱਚਾ ਐਵੇਂ ਦੀ ਕੰਮ ਕਰਦਾ, ਆਪਾਂ ਕਹਿੰਦੇ ਪੁੱਤ ਕੀ ਚਾਹੀਦਾ। ਉਹ ਕਹਿੰਦੀ ਮੰਮਾ ਮੈਨੂੰ ਇੱਕ ਐਲਸਾ, ਇੱਕ ਐਨਾ, ਇੱਕ ਛੋਟਾ ਭੀਮ। ਤੇ ਮੈਂ ਬੜੀ ਹੀ ਹੈਰਾਨ ਹੋਈ ਕਿ ਇਹਦੀ ਇੱਛਾ ਕਿਵੇਂ ਬਣੀ, ਕਿਉਂਕਿ ਹੁਣ ਕਿਤੇ ਨਾ ਕਿਤੇ ਅਸੀਂ ਬੱਚੇ ਨੂੰ ਲਾਈਫ ਸਟਾਈਲ ਏਦਾਂ ਮੋਬਾਈਲ ਫੜਾਉਂਦੇ ਆ, ਕੋਈ ਨਾ ਕੋਈ ਉਹ ਆਪਣਾ ਫੇਵਰਿਟ ਸ਼ੋ ਦੇਖਦੀ ਹੈ, ਤੇ ਹੁਣ ਇਸ ਟਾਈਮ ਤੇ ਉਹਦੀ ਇੱਛਾ ਸੀਗੀ ਉਹ ਵਾਲੇ ਕੈਰੈਕਟਰਸ ਦੇ ਕੋਈ ਕਾਰਟੂਨ ਮਿਲ ਜੇ, ਉਹ ਵਾਲੇ ਕੈਰੈਕਟਰਸ ਦੀ ਅੰਬ੍ਰੇਲਾ ਮਿਲ ਜੇ, ਉਹ ਵਾਲੇ ਕੈਰੈਕਟਰਸ ਦੀ ਉਹਦੀ ਜੋ ਸਕੂਟੀ ਹੈ ਉਹਦੇ ਤੇ ਹੋਣਾ ਚਾਹੀਦਾ ਹੈ, ਐਲਸਾ ਬਣੀ ਹੋਣੀ ਚਾਹੀਦੀ ਹੈ ਡਾਲ। ਤੋਂ ਲਾਈਫ ਸਟਾਈਲ ਕਿੱਦਾਂ ਪ੍ਰਭਾਵਿਤ ਹੋ ਰਿਹਾ, ਜਿੱਦਾਂ ਦੀ ਅਸੀਂ ਸੰਗਤ ਵਿੱਚ ਰਹਿ ਰਹੇ ਹਾਂ, ਹੈ ਨਾ। ਹੁਣ ਬੱਚਾ ਇਸ ਟਾਈਮ ਕਾਰਟੂਨ ਦੇਖ ਰਿਹਾ ਜਾਂ ਤੇ ਕਦੀ ਉਹਨੇ ਐਵੇਂ ਦੀ ਗੱਲ ਕਰਨੀ, ਅਸੀਂ ਸੋਚੇ ਕਿੱਥੋਂ ਸਿੱਖ ਰਿਹਾ, ਤੇ ਪਤਾ ਚੱਲਣਾ ਮੈਂ ਵੀ ਏਦਾਂ ਹੀ ਕਰਦੀ ਆ, ਇਹ ਵੀ ਏਦਾਂ ਹੀ ਕਰਦੇ ਆ। ਤਾਂ ਮੈਂ ਇਹ ਸੋਚ ਰਹੀ ਸੀ, ਹਮੇਸ਼ਾ ਸੋਚਦੀ ਸੀ ਕਿ ਇਹਨੂੰ ਮੈਂ ਵਧੀਆ ਗੁਰਮਤ ਵਾਲੇ ਪਾਸੇ ਲਾਣਾ ਹੈ, ਪਰ ਹਾਲੇ ਤੱਕ ਤਾਂ ਮੈਂ ਹੀ ਸਿੱਖ ਰਹੀ ਹਾਂ ਉਹਦੇ, ਉਹ ਮੈਨੂੰ ਹੀ ਸਿੱਧਾ ਕਰ ਰਹੀ ਹੈ। ਕਿਉਂਕਿ ਜਦੋਂ ਕੁਝ ਗਲਤ ਕਰਦੀ ਮੈਂ ਸੋਚਦੀ ਹਾਂ ਕਿ ਇਹ ਕਿੱਥੋਂ ਆਇਆ, ਹੈ ਨਾ। ਐਨੀਹਾਊ, ਪਰ ਜੋ ਮੇਰਾ ਇਸ ਪ੍ਰੈਜੈਂਟੇਸ਼ਨ ਦਾ ਅੱਜ ਦਾ ਸਕੋਪ ਹੈਗਾ ਉਹ ਹੈਗਾ ਐਟੀਟਿਊਡਸ ਤੇ ਵੈਲਿਊਜ਼। ਕਿਉਂਕਿ ਸਮੇਂ ਨਾਲ ਚੀਜ਼ਾਂ, ਇੱਛਾਵਾਂ, ਇੰਟਰਸਟ ਸਾਰਾ ਕੁਝ ਬਦਲ ਜਾਂਦਾ ਹੈ। ਜੇ ਹੁਣ ਮੈਂ ਗੱਲ ਕਰਦੀ ਹਾਂ, ਕੋਈ ਪਿੰਡ 'ਚ ਰਹਿ ਰਿਹਾ, ਠੀਕ ਹੈ, ਤੇ ਪਿੰਡ ਦਾ ਬੰਦਾ ਹੈ, ਖੇਤੀ ਕਰ ਰਿਹਾ, ਤੇ ਉਹਨੂੰ ਕੀ ਹੋਏਗਾ ਵੀ ਵਧੀਆ ਟਰੈਕਟਰ, ਮੈਂ ਕਿਹੜਾ ਟਰੈਕਟਰ ਲੈਣਾ, ਉਹਦੀ ਉੱਦਾਂ ਦੀ ਜ਼ਰੂਰਤ ਹੈ, ਇੱਛਾ ਹੈ। ਜੇ ਮੈਂ ਬਿਜ਼ਨਸ ਕਰ ਰਹੀ ਹਾਂ ਸ਼ਹਿਰ 'ਚ, ਤਾਂ ਮੇਰੀ ਗੱਡੀ ਦੀ ਜ਼ਰੂਰਤ ਹੈ। ਤੋ ਰਹਿਣ ਸਹਿਣ ਨਾਲ ਵੀ ਮੇਰੀਆਂ ਜ਼ਰੂਰਤਾਂ ਦਾ ਜਿਹੜਾ ਹੈ ਉਹ ਫਰਕ ਪੈ ਰਿਹਾ ਹੈ। ਔਰ ਸਮੇਂ ਜੇ ਅਸੀਂ ਕੰਪੇਅਰ ਕਰੀਏ, ਨੈਕਸਟ ਸਲਾਈਡ ਕਰਿਓ ਜੀ। ਹਾਂਜੀ, ਤੋ ਇਹਦੇ ਵਿੱਚ ਮੈਂ ਹਲਕਾ ਜਿਹਾ ਮਾਡਰਨ ਲਾਈਫ ਸਟਾਈਲ ਦੇ ਬੈਨੀਫਿਟਸ ਤੇ ਉਹਦੇ ਪ੍ਰੋਬਲਮਸ, ਕਿਉਂਕਿ ਡਿਸਕਸ ਤਾਂ ਪ੍ਰੋਬਲਮ ਹੀ ਕਰਨੀ ਹੈ, ਜਿਹੜੀ ਕਿ ਮੈਂ ਆਪ ਜੀ ਨੂੰ ਲੈ ਕੇ ਆਵਾਂਗੀ ਪ੍ਰੈਜ਼ੈਂਟ ਸੀਰੀਅਸ ਪ੍ਰੋਬਲਮ, ਜਿਹਦੇ ਕਰਕੇ ਅਸੀਂ ਫਿਰ ਵਰਡ ਯੂਜ਼ ਕਰਾਂਗੀ ਪੈਰਾਲਾਈਜ਼ ਹੀ ਕਵਾਂਗੀ ਹੋਏ ਆ, ਤੇ ਉਸ ਪ੍ਰੋਬਲਮ ਨੂੰ। ਪਰ ਇਹ ਡਿਸਕਸ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਮੈਂ ਥੋੜੀ ਹੋਰ ਦੱਸਣਾ ਚਾਹਾਂਗੀ। ਪਿਛਲੇ ਕੁਝ ਸਾਲਾਂ 'ਚ ਮੈਂ ਆਪਣੀ ਜੌਬ ਛੱਡ ਕੇ, ਲੈਕਚਰਰਸ਼ਿਪ ਛੱਡਣ ਤੋਂ ਬਾਅਦ ਮੈਂ ਆਰਗੈਨਿਕ ਫਾਰਮਿੰਗ ਦਾ ਕਿੱਤਾ ਅਪਣਾਇਆ। ਤੋ ਉਸ ਕਿੱਤੇ ਦੇ ਵਿੱਚੋਂ ਮੈਨੂੰ ਕੁਦਰਤ ਨਾਲ ਜੁੜਨ ਦਾ ਮੌਕਾ ਮਿਲਿਆ, ਤੇ ਕਮਾਲ ਦਾ ਤਜਰਬੇ ਹੋਏ ਲਾਈਫ ਦੇ। ਤੇ ਲਾਈਫ ਬੜੀ ਫਾਸਟ ਪੇਸ ਤੋਂ ਸਲੋ ਪੇਸ ਤੇ ਆਣੀ ਸ਼ੁਰੂ ਹੋਈ, ਤੇ ਬੜਾ ਸੂਦਿੰਗ ਵੀ ਲੱਗਿਆ, ਰਿਲੈਕਸ ਵੀ ਲੱਗਿਆ।
ਤੇ ਖੇਤੀ ਤੋਂ ਬੜੇ ਲੈਸਨ ਸਿੱਖੇ। ਤੇ ਉਹ ਤਜਰਬੇ ਮੈਂ ਨਹੀਂ ਕਹਿੰਦੀ ਕਿ ਸਾਰੀ ਯੂਥ ਤੇ ਜਾਂ ਸਾਰਿਆਂ ਤੇ ਮੈਂ ਥੋਪ ਰਹੀ ਹਾਂ, ਪਰ ਉਹਦੇ ਵਿੱਚੋਂ ਮੈਨੂੰ ਹੈਲਥ ਮਿਲੀ। ਜਿਵੇਂ ਇੱਥੇ ਮੈਂ ਦੱਸ ਰਹੀ ਹਾਂ ਕਿ ਬੈਨੀਫਿਟਸ ਜਾਂ ਮਾਡਰਨ ਲਾਈਫ ਸਟਾਈਲ ਦਾ ਨੁਕਸਾਨ ਜਿਹੜਾ ਹੈ ਉਹ ਸਭ ਤੋਂ ਵੱਡਾ ਕਿਤੇ ਨਾ ਕਿਤੇ ਹੈਲਥ ਲੱਗਦਾ ਸਾਨੂੰ, ਹੈਲਥ ਦਾ ਨੁਕਸਾਨ ਹੈ। ਕਿਉਂਕਿ ਫਾਸਟ ਫੂਡਸ ਨੇ, ਸਲੋ ਡਾਈਜੈਸ਼ਨ, ਸਾਡੇ ਪਹਿਲਾਂ ਫੂਡ ਹੋਲੀ ਬਣਦੇ ਸੀਗੇ, ਸਬਰ ਸੰਤੋਖ ਹੁੰਦਾ ਸੀ, ਵੇਟ ਕਰਦੇ ਸੀ ਪੁਰਾਣੇ ਸਮਿਆਂ 'ਚ, ਫਿਰ ਜਾ ਕੇ ਅੰਨ ਬਣਦਾ ਸੀ ਤੇ ਹਾਜ਼ਮੇ ਸਾਡੇ ਬੜੇ ਤਕੜੇ ਸੀ। ਹੁਣ ਸਾਨੂੰ ਰੈਡੀਮੇਡ ਫੂਡ ਮਿਲਦੇ ਆ, ਵਿਦਿਨ ਸੈਕਿੰਡਸ ਫੂਡ ਮਿਲਦੇ ਆ, ਪਰ ਡਾਈਜੈਸ਼ਨ ਸਲੋ ਹੈ। ਸਾਡੇ ਕੋਲ ਡਿਗਰੀਆਂ ਬਹੁਤ ਆ ਗਈਆਂ, ਪਰ ਸਾਡੇ ਕੋਲ ਸੈਂਸ ਘਟ ਗਈ। ਜੇ ਮੈਂ ਕਹਾਂ ਕਿ ਹਾਂ ਡਿਗਰੀ ਤਾਂ MBA ਦੀ ਕਰ ਲਈ, ਪਰ ਸਾਈਕਲ ਦੀ ਚੇਨ ਚੜਾਣੀ ਨਹੀਂ ਆਉਂਦੀ। ਸੋ ਕੁਝ ਏਦਾਂ ਦਾ ਹਾਲ ਹੋ ਰਿਹਾ ਹੈ। ਘਰ ਵੱਡੇ ਹੋ ਗਏ, ਪਰਿਵਾਰ ਛੋਟੇ, ਠੀਕ ਹੈ। ਅੱਛਾ, ਮੇਰੀਆਂ ਬਿਲੋਂਗਿੰਗਸ ਵੱਧ ਗਈਆਂ, ਚੀਜ਼ਾਂ ਵੱਧ ਗਈਆਂ, ਮੇਰੇ ਕੋਲ ਲੈਪਟਾਪ, ਫੋਨ, ਆਈਪੈਡ ਔਰ ਗੱਡੀ, ਐਵਰੀਥਿੰਗ, ਵੱਡਾ ਘਰ, ਸਭ ਕੁਝ ਹੈ, ਬਟ ਮੇਰਾ ਪਰਿਵਾਰ ਛੋਟਾ ਹੋ ਗਿਆ ਤੇ ਪ੍ਰੋਫਿਟਸ ਵੱਡੇ ਹੋ ਗਏ, ਪਰ ਰਿਸ਼ਤੇ ਸਾਡੇ ਖਾਲੀ ਹੋ ਗਏ। ਤੋ ਇਹ ਚੀਜ਼ਾਂ ਸਾਨੂੰ ਪਤਾ ਹੀ ਹੈ। ਸਾਡੀ ਜਿਵੇਂ ਮਿਹਨਤ ਘਟਣ ਤੋਂ ਬਾਅਦ ਮਿਹਨਤ ਵੀ ਘਟ ਗਈ ਤੇ ਕੈਮੀਕਲ ਦਾ ਯੂਜ਼ ਵਧਿਆ। ਹੁਣ ਜੇ ਅਸੀਂ ਵਾਸ਼ਿੰਗ ਮਸ਼ੀਨਸ ਆਈ, ਫੋਰ ਐਗਜ਼ਾਮਪਲ, ਮੈਂ ਸਾਰਾ ਕੁਝ ਐਗਜ਼ਾਮਪਲ ਨਾਲ ਕਰਨਾ ਚਾਹਾਂਗੀ ਕਿ ਜੇ ਵਾਸ਼ਿੰਗ ਮਸ਼ੀਨ ਆਈ ਤੇ ਉਹਦੇ ਵਿੱਚ ਤੁਸੀਂ ਪਾਊਡਰ ਵਾਸ਼ਿੰਗ ਜਿਹੜਾ ਯੂਜ਼ ਕੀਤਾ, ਸਾਨੂੰ ਕਿੰਨੇ ਸਾਲਾਂ ਤੋਂ ਬਾਅਦ ਪਤਾ ਚੱਲਿਆ ਕਿੰਨੇ ਹਾਰਸ਼ ਕੈਮੀਕਲ ਸੀਗੇ। ਪਹਿਲੇ ਅਸੀਂ ਖੁਸ਼ ਹੋਏ ਕਿ ਕੰਮ ਸੌਖਾ ਹੋ ਗਿਆ, ਪਰ ਓਵਰ ਅ ਪੀਰੀਅਡ ਆਫ ਟਾਈਮ ਸਾਨੂੰ ਪਤਾ ਚੱਲਿਆ ਕਿ ਇਹ ਤਾਂ ਕੈਮੀਕਲ ਸਾਡੀ ਸਕਿਨ ਨੂੰ, ਸਾਡੀ ਬਾਡੀ ਨੂੰ, ਇਹ ਸਾਰਾ ਕੁਝ ਸਾਨੂੰ ਨੁਕਸਾਨ ਕਰ ਰਹੇ ਨੇ, ਹੈ ਨਾ। ਤੇ ਸੋ ਇਹ ਚੀਜ਼ਾਂ ਜਿਹੜੀਆਂ, ਇਹ ਫਰਕ ਆਏ ਜਾਂ ਚੇਂजेस ਆਏ, ਇਹਨਾਂ ਚੇਂजेस ਤੋਂ ਉੱਪਰ ਜੇ ਮੈਂ ਏਦਾਂ ਕੰਪੇਅਰ ਕਰ ਲਵਾਂ ਕਿ ਜੋ ਪਿਛਲਾ ਸਾਡੇ 올ਡ ਜਨਰੇਸ਼ਨ ਸੀ ਜਾਂ ਸਾਡੀ ਨਵੀਂ ਜਨਰੇਸ਼ਨ ਆ, ਉਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੈਗਾ। ਜੇ ਅਸੀਂ ਔਰਤ ਦੀ ਬਰਾਬਰਤਾ ਦੀ ਗੱਲ ਕਰ ਲਈਏ, ਚਲੋ ਵੀ ਹੁਣ ਮਾਡਰਨ ਲਾਈਫ ਸਟਾਈਲ ਹੈ, ਇਸ 'ਚ ਔਰਤ ਨੂੰ ਬਰਾਬਰਤਾ ਕੀ ਜਿੰਨੀਆਂ ਉਸ ਟਾਈਮ ਤੇ ਸਾਡੇ ਬੱਚੀਆਂ ਦੁਖੀ ਸੀ ਜਾਂ ਮਾੜੀ ਸਿਚੁਏਸ਼ਨ ਸੀ, ਕੀ ਹੁਣ ਸੁਧਾਰ ਆ ਗਿਆ ਜਾਂ ਹੁਣ ਔਰਤਾਂ ਬਹੁਤ ਸੁਖੀ ਹੈ, ਜਾਂ ਜੋ ਕੁਰੀਤੀਆਂ ਉਸ ਟਾਈਮ ਤੇ ਸੀ ਹੁਣ ਅਲੱਗ ਤਰ੍ਹਾਂ ਦੀਆਂ ਕੁਰੀਤੀਆਂ ਆ ਗਈਆਂ। ਤਾਂ ਫਰਕ ਕਿੱਥੇ ਪੈ ਰਿਹਾ ਹੈ? ਫਰਕ ਚੰਗਾ ਮਾੜਾ ਕੰਪੇਅਰ ਕਰਨ ਦੀ ਬਜਾਏ ਜੇ ਮੈਂ ਫਰਕ ਕੰਪੇਅਰ ਕਰਦੀ ਹਾਂ, ਉਹ ਸਾਡਾ ਐਟੀਟਿਊਡ ਤੇ ਵੈਲਿਊ, ਸਾਡੇ ਰਵੱਈਏ ਦਾ ਫਰਕ ਹੈ ਤੇ ਸਾਡੇ ਸੰਸਕਾਰ, ਜੋ ਅਸੀਂ ਬਦਲਾ ਆਂਦੇ ਗਏ। ਜੇ ਸਪੋਜ਼ ਵਾਸ਼ਿੰਗ ਮਸ਼ੀਨ ਨਹੀਂ ਆਈ, ਛੋਟੀ ਜੀ ਆਪਾਂ ਗੱਲ ਲੈ ਲੈਂਦੇ ਹਾਂ, ਜਿਹੜਾ ਵੀ ਸਾਡੇ ਬਦਲਾ ਆਂਦਾ ਗਿਆ, ਉਸ ਬਦਲਾ ਦਾ ਅਸੀਂ ਬੀਇੰਗ ਅ ਸਿੱਖ ਹੋਣ ਦੇ ਨਾਤੇ ਕਿ ਜਦੋਂ ਬਦਲਾ ਆ ਰਿਹਾ ਸੀ, ਵਿਚਾਰ ਕੀਤੀ ਕਿ ਜਦੋਂ ਕੱਚੇ ਘਰਾਂ ਤੋਂ ਪੱਕੇ ਘਰ ਬਣ ਰਹੇ ਸੀ, ਛੋਟੇ ਛੋਟੇ ਘਰਾਂ 'ਚ ਸਾਨੂੰ ਕੀ ਚਾਹੀਦਾ, 2 ਬੈਡਰੂਮ ਚਾਹੀਦੇ, ਨਾਲ ਅਟੈਚ ਬਾਥਰੂਮ ਚਾਹੀਦਾ। ਕਦੀ ਇਹ ਨਹੀਂ ਸੋਚਿਆ ਵੀ ਪ੍ਰਾਈਵੇਸੀ ਦੇਖੀ ਕਿ ਹਾਂ ਪ੍ਰਾਈਵੇਸੀ ਨੇ ਕੀ ਕੀਤਾ, ਅੱਡ ਕਰਤਾ, ਸੈਪਰੇਸ਼ਨ ਕਰਤੀ। ਤੇ ਅੱਜ ਫਿਰ ਸਾਡੇ ਮਾਵਾਂ ਦੀ, ਬਜ਼ੁਰਗਾਂ ਦੀ ਸ਼ਿਕਾਇਤ ਹੋ ਗਈ ਕਿ ਬੱਚੇ ਬੈਠਦੇ ਨਹੀਂ, ਕਿਉਂਕਿ ਅਸੀਂ ਆਪਣੇ ਘਰ ਦੀ ਬਣਤਰ ਹੀ ਚੇਂਜ ਕਰਤੀ। ਚੇਂਜ ਕਰਨ ਵੇਲੇ ਇਸ ਪੱਖ ਨੂੰ ਨਹੀਂ ਸੋਚਿਆ। ਦੂਸਰੀ ਇਹ ਗੱਲ ਹੈ ਵੀ ਜਦੋਂ ਵੀ ਕੋਈ ਬਦਲਾਅ ਆਂਦਾ ਹੈ, ਜਾਂ ਤਾਂ ਅਸੀਂ ਉਹ ਡਰ 'ਚ ਬਦਲਦੇ ਹਾਂ, ਹੈਨਾ, ਜਾਂ ਫਿਰ ਅਸੀਂ ਬਦਲਦੇ ਹਾਂ ਲਾਲਚ ਵਿੱਚ, ਜਾਂ ਅਸੀਂ ਬਦਲਦੇ ਹਾਂ ਆਪਣੇ ਆਨੰਦ ਸੁੱਖ ਦੀ ਖਾਤਰ, ਹੈਨਾ, ਤੇ ਜਾਂ ਅਸੀਂ ਕੁਦਰਤੀ ਨਿਯਮਾਂ ਨੂੰ ਧਿਆਨ ਰੱਖਦੇ ਉਹ ਬਦਲਾਅ ਲਿਆਂਦਾ, ਹੈਨਾ। ਸੋ ਕੀ ਅਸੀਂ, ਸਿੰਪਲ ਜੀ ਗੱਲ ਹੈ ਕਿ ਜਦੋਂ ਬਦਲਾਅ ਆਇਆ, ਕਿ ਅਸੀਂ ਉਸ ਬਦਲਾਅ ਲਿਆਉਣ ਵੇਲੇ ਅਸੀਂ ਵਿਚਾਰ ਕੀਤੀ ਜਾਂ ਆਲਰੇਡੀ ਕੋਈ ਜਿੱਦ ਪਕੜੀ ਹੋਈ ਸੀ। ਜਿੱਦਾਂ ਸਪੋਜ਼ ਔਰਤ ਨੇ ਨੌਕਰੀ ਸਟਾਰਟ ਕੀਤੀ, ਉਦੋਂ ਘਰਾਂ 'ਚ ਕਲੇਸ਼ ਪਏ, ਉਦੋਂ ਸਿੰਪਲ ਇਸ ਕਰਕੇ ਕਲੇਸ਼ ਪਏ ਕਿ ਜਾਣਾ ਨਹੀਂ ਔਰਤ ਤੇ, ਮਤਲਬ ਉਹਦੀ ਇੰਡੀਪੈਂਡੈਂਸ ਕਿਉਂ ਮਿਲੇ, ਹਨਾ, ਇਸ ਕਰਕੇ ਕਲੇਸ਼ ਪਏ। ਜਾਂ ਕਿਸੇ ਸਿਆਣੇ ਨੇ ਇਹ ਸੋਚਿਆ ਵੀ ਜੇ ਘਰੋਂ ਬਾਹਰ ਜਾਏਗੀ, ਘਰ 'ਚ ਰੋਟੀ ਰੈਡੀਮੇਡ ਫੂਡ ਹੋ ਜਾਏਗਾ, ਬੱਚਿਆਂ ਨੂੰ ਇੱਕ ਕੁਆਲਿਟੀ ਟਾਈਮ ਨਹੀਂ ਮਿਲੇਗਾ, ਜਾਂ ਸਾਡੇ ਬੱਚੇ ਕੌਣ ਦੇਖੇਗਾ, ਕਿ ਉਹ ਚੀਜ਼ਾਂ ਤੇ ਵਿਚਾਰ ਕੀਤੀ। ਸੋ ਮਤਲਬ ਮੁੱਕਦੀ ਗੱਲ ਇਸ ਚੀਜ਼ ਨੂੰ ਮੈਂ ਜੇ ਹੋਰ ਨਾਲ ਲੰਬਾ ਲੈ ਕੇ ਜਾਵਾਂ, ਮੇਰਾ ਕਹਿੰਦਾ ਸਿਰਫ ਇਹ ਭਾਵ ਸੀ ਵੀ ਜਦੋਂ ਵੀ ਕੋਈ ਬਦਲਾਅ ਆਏ,
ਕਿ ਅਸੀਂ ਸਿਰ ਜੋੜ ਕੇ ਬੈਠੇ ਉਸ ਤੇ ਵਿਚਾਰ ਕੀਤੀ, ਜਾਂ ਅਸੀਂ ਕਠਪੁਤਲੀਆਂ ਵਾਂਗ ਜਿਵੇਂ ਜਿਵੇਂ ਸਿਸਟਮ ਬਦਲਦਾ ਗਿਆ ਸਾਰੇ ਸਮਾਜ ਵਿੱਚ ਅਸੀਂ ਬਦਲਦੇ ਗਏ ਪਿੱਛੇ ਪਿੱਛੇ, ਤੇ ਜਦੋਂ ਹੁਣ ਸਾਡੇ ਹੱਥੋਂ ਸਭ ਕੁਝ ਨਿਕਲ ਗਿਆ ਤੇ ਅਸੀਂ ਇਹ ਕਹਿੰਦੇ ਆ ਕਿ ਸਾਨੂੰ ਸਿਸਟਮ ਨਾਲ ਤਾਂ ਬਦਲਣਾ ਹੀ ਪੈਣਾ, ਅਸੀਂ ਕੀ ਕਰ ਸਕਦੇ ਹਾਂ, ਅਸੀਂ ਕੀ ਕਰ ਸਕਦੇ ਹਾਂ। ਜੇ ਅਸੀਂ ਆਪਣੀ ਪ੍ਰਾਇੋਰਟੀ, ਨਿਤਨੇਮ ਸਾਡੀ ਪ੍ਰਾਇੋਰਟੀ ਹੈ ਨਾ, ਕੀਰਤਨ, ਜੇ ਤੁਸੀਂ ਬੱਚੇ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਦੇਣ ਲਈ, ਫਾਈਨੈਂਸ਼ੀਅਲ ਇੰਡੀਪੈਂਡੈਂਸ ਦੇਣ ਵਾਸਤੇ ਤੁਸੀਂ ਉਹਦੀ ਪੜ੍ਹਾਈ ਤੇ ਕੈਰੀਅਰ ਤੇ ਫੋਕਸ ਕਰਤਾ, ਤੇ ਕੀ ਉਹਦਾ ਜਿਹੜਾ ਇੱਕ ਉਹਦੀ ਇੱਕ ਜਿਹੜੀ ਸੋਲ ਹੈ, ਜਿਹੜੀ ਉਹਦੀ ਇੰਡੀਪੈਂਡੈਂਸ, ਡਿਸੀਜਨ ਪਾਵਰ ਹੈ ਨਾ, ਉਹਦੇ ਵਾਸਤੇ, ਜਾਂ ਉਹਦਾ ਇਮੋਸ਼ਨਲ ਵੈਲਬੀਇੰਗ ਜਿਹੜਾ ਕੱਲ ਨੂੰ ਹੈ, ਉਹਦੇ ਵਾਸਤੇ ਕੀ ਅਸੀਂ ਕਿਹਾ ਵੀ ਕੀਰਤਨ ਨੇ ਸਿੱਖੇਗੀ ਪੜੇ ਭਾਵੇਂ ਨਾ, ਇਹ ਕੀਰਤਨ ਜ਼ਰੂਰ ਸਿੱਖੇਗੀ, ਹੈ ਨਾ। ਸੋ ਇਹ ਮੈਂ ਹੋਰ ਅੱਗੇ ਥੋੜਾ ਐਕਸਪਲੇਨ ਕਰਨਾ ਚਾਹਾਂਗੀ। ਅਗਲੀ ਸਲਾਈਡ ਕਰਨਾ ਜੀ ਪਲੀਜ਼, ਨੈਕਸਟ ਸਲਾਈਡ ਪਲੀਜ਼। ਹਾਂਜੀ, ਸੋ ਸਾਡੇ ਮੋਟਾ ਮੈਂ ਪ੍ਰੈਜ਼ੈਂਟ ਜੋ ਵਾਪਰ ਰਿਹਾ ਹੈ, ਫਾਸਟ ਪੇਸ, ਸਾਡੀ ਸਪੀਡ ਬਹੁਤ ਤੇਜ਼ ਹੋ ਗਈ, ਕਿਹਦੀ ਵਜ੍ਹਾ ਨਾਲ? ਮੋਬਾਈਲ, ਇੰਟਰਨੈਟ, ਗੱਡੀਆਂ, ਹੈ ਨਾ। ਫਿਰ ਸਾਡੇ ਕੀ ਹੋ ਗਿਆ, ਜੋ ਇਹ ਮੋਬਾਈਲ ਹੈ ਜਾਂ ਫਿਰ ਟੈਕਨੋਲੋਜੀ, ਮੈਂ ਕਹਿ ਲਾਂ ਇੱਕ ਸ਼ਬਦ, ਟੈਕਨੋਲੋਜੀ ਕੀ ਕਰਦੀ ਹੈ? ਮਾਈਂਡ ਸਟਿਮੂਲੇਟਿੰਗ ਐਕਟੀਵਿਟੀਜ਼। ਜਦੋਂ ਮਨ ਦੌੜਦਾ ਹੈ, ਉਤੇਜਿਤ ਹੁੰਦਾ ਹੈ ਨਾ, ਤੇ ਫਿਰ ਇਨਫੋਰਮੇਸ਼ਨ ਸਟ੍ਰੈਸ। ਹੁਣ ਇਹਨਾਂ ਤਿੰਨਾਂ ਨੂੰ ਮੈਂ ਥੋੜਾ ਐਕਸਪਲੇਨ ਕਰਨਾ ਚਾਹੁੰਦੀ ਹਾਂ। ਮਾਈਂਡ ਸਟਿਮੂਲੇਸ਼ਨ ਕਿਵੇਂ? ਜਿੱਦਾਂ ਹੁਣ ਅਸੀਂ ਕੱਲ ਗੁਰਪੁਰਬ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਤੇ ਸਾਡੇ ਘਰ ਤੋਂ ਗੁਰਦੁਆਰਾ ਸਾਹਿਬ ਹੈ ਸਿਰਫ 3 ਮਿੰਟ ਦੇ ਡਿਸਟੈਂਸ ਤੇ ਮੈਂ ਆਪਣੀ ਕਾਰ ਸਟਾਰਟ ਕੀਤੀ ਤੇ ਗੁਰਦੁਆਰਾ ਸਾਹਿਬ ਜਾਣ ਲਈ ਤਿਆਰੀ ਕੀਤੀ। ਮੇਰੀ ਬੇਟੀ ਕਹਿੰਦੀ ਮੰਮਾ ਵਾਕ ਕਰਕੇ ਜਾਣਾ ਹੈ ਨਾ, ਤੇ ਮੰਮਾ ਵੀ ਕਹਿੰਦੇ ਛੋਟੀ ਜੀ ਗੱਲ ਹੁੰਦੀ, ਤੁਸੀਂ ਗੱਡੀ ਚੁੱਕ ਲੈਂਦੇ ਹੋ, ਬਈ ਤੁਰ ਕੇ ਚਲੀ ਜਾ, ਹਨਾ। ਤੇ ਮੈਨੂੰ ਕਾਲ ਪਵੇ, ਹੈਨਾ। ਮੈਂ ਸੋਚਿਆ ਵੀ ਕਿਉਂਕਿ ਇੱਧਰ ਟੌਪਿਕ ਵੱਲ ਵੀ ਧਿਆਨ ਸੀ, ਸਾਰੀਆਂ ਚੀਜ਼ਾਂ, ਇੱਕ ਬੜਾ ਕੁਝ ਦਿਮਾਗ ਵਿੱਚ ਨਾ ਵਿਚਾਰਾਂ ਦਾ ਇੱਕ ਹਲ ਭੁਚਾਲ ਜਿਹਾ ਆਇਆ ਪਿਆ ਸੀ, ਤੇ ਮੇਰੇ ਦਿਮਾਗ 'ਚ ਸਵਾਲ ਆਇਆ ਵੀ ਇੰਦਰਜੀਤ ਤੈਨੂੰ ਕਾਲ ਕਿਉਂ ਪੈ ਰਹੀ ਹੈ, ਤੂੰ ਤੁਰ ਕੇ ਕਿਉਂ ਨਹੀਂ ਜਾ ਸਕਦੀ? ਫਿਰ ਮੇਰਾ ਐਕਸਪੀਰੀਅੰਸ ਆ, ਰਿਅਲਾਈਜ਼ ਕੀਤਾ ਕਿ ਜਿਹੜਾ ਮੋਬਾਈਲ ਹੈ, ਜਦੋਂ ਤੁਸੀਂ ਗੂਗਲ ਸਰਚ ਕਰਦੇ ਹੋ, ਮੈਨੂੰ ਲੱਗਦਾ ਸ਼ਾਇਦ 1 ਸੈਕਿੰਡ ਤੋਂ ਵੀ ਘੱਟ ਸੈਕਿੰਡਸ ਦੇ ਵਿੱਚ ਤੁਹਾਡਾ ਰਿਜ਼ਲਟ ਸ਼ੋ ਹੋ ਜਾਂਦਾ ਹੈ ਨਾ। ਕੋਈ ਵੀ ਅਸੀਂ ਇੰਟਰਨੈਟ ਤੇ ਰਿਸਰਚ ਕਰ ਰਹੇ ਹਾਂ, ਕੁਝ ਦੇਖ ਰਹੇ ਹਾਂ, ਉਹ ਇੰਨੀ ਫਾਸਟ ਹੈ ਕਿ 3 ਮਿੰਟ ਬਹੁਤ ਵੱਡਾ ਲੱਗ ਰਿਹਾ ਸੀ ਤੁਰ ਕੇ ਜਾਣਾ, ਮੈਨੂੰ ਲੱਗ ਰਿਹਾ ਸੀ ਪਤਾ ਨਹੀਂ ਕਿੰਨਾ ਟਾਈਮ ਲੱਗ ਰਿਹਾ, ਹੈ ਨਾ। ਮਾਈਂਡ ਤੇ ਬਾਡੀ ਦਾ, ਕਿਉਂਕਿ ਉਤੇਜਿਤ ਇੰਨਾ ਹੋ ਗਿਆ ਮਾਈਂਡ ਤੇ ਬਾਡੀ ਦੀ ਕੋਆਰਡੀਨੇਸ਼ਨ, ਹੈ ਨਾ, ਉਹਦੇ 'ਚ ਫਰਕ ਪੈ ਗਿਆ। ਤੇ ਫਿਰ ਇਨਫੋਰਮੇਸ਼ਨ ਸਟ੍ਰੈਸ ਦੀ ਗੱਲ ਕਰੀਏ, ਜਿਹੜਾ ਕਿ ਬਹੁਤ ਵੱਡਾ ਇਸ਼ੂ ਹੈ, ਜਿਹਦੇ ਕਰਕੇ ਅਸੀਂ ਫਿਜ਼ੀਕਲੀ ਅਨਫਿਟ ਹੈਗੇ। ਇਨਫੋਰਮੇਸ਼ਨ ਸਟ੍ਰੈਸ ਦੀ ਬਹੁਤ ਵੱਡੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦੀ ਹਾਂ ਕਰੋਨਾ ਦੀ। ਹੁਣੇ ਕਰੋਨਾ ਹੋ ਕੇ ਗਿਆ, ਇੰਨਾ ਕਰੋਨਾ ਨਾਲ ਡੈਥ ਨਹੀਂ ਸੀ ਜਿੰਨੀ ਪੈਨਿਕ ਨਾਲ ਡੈਥ ਸੀ। ਕਰੋਨਾ ਦੇ ਪੈਨਿਕ ਅਟੈਕ ਲੋਕਾਂ ਨੂੰ ਬਹੁਤ ਆਏ, ਬਹੁਤ ਜ਼ਿਆਦਾ। ਕੀ ਹੋ ਰਿਹਾ ਸੀਗਾ, ਇੰਨੀਆਂ ਦਰਦਨਾਕ ਵੀਡੀਓਜ਼, ਹਨਾ। ਅੱਛਾ, ਫਿਰ ਜਦੋਂ ਵੀਡੀਓਜ਼ ਆਉਂਦੀਆਂ, ਅਸੀਂ ਕੀ ਕਹਿੰਦੇ ਆ, ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਕਹਿੰਦੇ ਆ ਤੁਸੀਂ ਇਸ ਨੂੰ ਸ਼ੇਅਰ ਕਰਿਓ ਜੀ, ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕੇ। ਵੀ ਭਲਿਓ ਮਾਨਸੋ, ਜਦੋਂ ਤਾਂ ਅਸੀਂ 4 ਬੰਦੇ ਇੱਕ ਘਰ 'ਚ ਰਹਿ ਰਹੇ, ਇੱਕ ਦੂਜੇ ਦਾ ਭਲਾ ਹੁੰਦਾ ਤਾਂ ਦੇਖ ਨਹੀਂ ਸਕਦੇ। ਵੀਡੀਓ ਨਾਲ ਅਸੀਂ ਕਿਹੜਾ ਭਲਾ ਇੰਨੀ ਜਲਦੀ ਕਰ ਲਵਾਂਗੇ, ਹੈ ਨਾ। ਬਿਨਾਂ ਵੈਰੀਫਾਈ ਕੀਤੇ, ਬਿਨਾਂ ਉਸ ਆਪਣੇ ਆਪ ਤੇ ਅਪਲਾਈ ਕੀਤੇ, ਜੇ ਕੋਈ ਮੰਨ ਲਓ ਨੁਸਖਾ ਮਿਲ ਗਿਆ, ਕੋਈ ਉਹਦੇ ਵਿੱਚ ਕੁਝ ਮਿਲ ਗਿਆ, ਉਹਨੂੰ ਆਪਣੇ ਆਪ ਤੇ ਅਪਲਾਈ ਕੀਤੇ ਬਿਨਾਂ ਚਲੋ ਅੱਗੇ, ਠੀਕ ਹੈ। ਕਰੋਨਾ ਦੇ ਵਿੱਚ ਵੀ ਇਹੀ ਹੋ ਰਿਹਾ ਸੀ, ਇਹ ਪਰਹੇਜ਼ ਕਰੋ, ਇਹ ਕਾੜੇ ਪੀਓ, ਇਹ ਇੱਧਰ ਨਾ ਜਾਓ, ਐਵੇਂ ਪ੍ਰੋਟੈਕਸ਼ਨ ਕਰੋ, ਇੰਨੀ ਵਾਰੀ ਹੱਥ, ਮਤਲਬ ਇੰਨਾ ਪੈਨਿਕ ਕ੍ਰੀਏਟ ਹੋ ਗਿਆ। ਤੇ ਅਸੀਂ ਵੀ ਕੀ ਹੁੰਦਾ ਕਿ ਅਸੀਂ ਫੈਕਟਸ ਐਂਡ ਫਿਗਰਸ ਵਾਲੀ ਗੱਲ ਦਾ ਤਾਂ ਮੇਰੇ ਦਿਲ ਨੂੰ ਇੱਕ ਬਹੁਤ ਹੀ ਉਹ ਲੱਗਿਆ, ਕਿਉਂਕਿ ਸਾਨੂੰ ਪੂਰੀ ਤਰ੍ਹਾਂ ਫੈਕਟ ਐਂਡ ਫਿਗਰਸ ਦਿਖਾਏ ਜਾਂਦੇ ਨੇ ਤੇ ਅਸੀਂ ਗੱਲ ਮੰਨ ਜਾਂਦੇ ਹਾਂ। ਫੈਕਟ ਐਂਡ ਫਿਗਰਸ ਤੇ ਅਸੀਂ ਕਿੱਦਾਂ ਬੜੀ ਛੇਤੀ ਬੁੱਧੂ ਬਣਦੇ ਆ। ਫੋਰ ਐਗਜ਼ਾਮਪਲ, ਜਿਵੇਂ ਹੁਣ ਮੇਰੀ ਦਾਦੀ ਨੇ ਕਿਹਾ ਵੀ ਬੇਟਾ ਵਾਲ ਨਹੀਂ ਲੰਬੇ ਹੋ ਰਹੇ, ਤੂੰ ਐ ਕਰ, ਪੰਸਾਰੀ ਤੋਂ ਆਂਵਲਾ ਲਿਆ, ਭਿਓ ਕੇ ਰੱਖੀ ਤੇ ਸਵੇਰੇ ਸਿਰ ਧੋ ਲਈ, ਸ਼ੈਂਪੂ 'ਚ ਪਾ ਲਈ ਆਂਵਲਾ, ਤੇ ਮੈਨੂੰ ਯਕੀਨ ਹੀ ਨਹੀਂ ਆਏਗਾ, ਹੈਨਾ। ਮੈਂ ਆਰਟੀਕਲ ਪੜਾਂਗੀ ਗੂਗਲ ਤੇ, ਗੂਗਲ ਕਹੇਗਾ ਆਂਵਲੇ 'ਚ ਫਲਾਣਾ ਕੈਮੀਕਲ ਹੈ, ਫਲਾਣੇ ਦੇ ਵਿੱਚ ਗੁਣ ਹੈ ਬੇਟਾ। ਉਹ ਗੱਲਾਂ ਗਲਤ ਨਹੀਂ ਹੈ, ਨਾ ਹੀ ਮੈਂ ਚਾਹੁੰਦੀ ਹਾਂ ਵੀ ਉਹਨਾਂ ਨੂੰ ਮੈਂ ਰੱਦ ਕਰ ਰਹੀ ਹਾਂ, ਬਟ ਮੈਂ ਐਟੀਟਿਊਡ ਕਹਿ ਰਹੀ ਹਾਂ ਵੀ ਮੈਂ ਗੂਗਲ ਵੀ ਪੜ੍ਹਦੀ ਤੇ ਮੈਂ ਦੇਖਦੀ ਕਿ ਮੇਰੀ ਦਾਦੀ ਮਾਂ ਦਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ, ਹੈਨਾ। ਸਾਨੂੰ ਵੱਡਿਆਂ ਤੋਂ ਕੀ ਸੁਣਨ ਨੂੰ ਮਿਲਦਾ ਹੈ
ਤੁਸੀਂ ਬਹੁਤੇ ਪੜ੍ਹੇ ਲਿਖੇ, ਕਦੀ ਕੋਈ ਗੱਲ ਹੋਣੀ ਤੁਸੀਂ ਬਹੁਤੇ ਪੜ੍ਹੇ ਲਿਖੇ। ਕਿਉਂ ਸਾਨੂੰ ਇਸ ਤਰ੍ਹਾਂ ਕਹਿੰਦੇ ਨੇ? ਕਿਉਂਕਿ ਕਿਤੇ ਨਾ ਕਿਤੇ ਅਸੀਂ ਆਪਣੀ ਐਜੂਕੇਸ਼ਨ ਸਿਸਟਮ ਐਵੇਂ ਦਾ ਹੋ ਗਿਆ ਵੀ ਅਸੀਂ ਉਹਨਾਂ ਦੀ ਜਿਹੜੀ ਗੱਲ ਹੈ ਨਾ ਉਹਨੂੰ ਅਸੀਂ ਐਵੇਂ ਸਮਝਦੇ ਹਾਂ ਕਿ ਨਹੀਂ ਲੌਜਿਕ ਨਹੀਂ ਹੈ, ਨਹੀਂ ਇਹ ਤੇ ਫੈਕਟ ਫਿਗਰ ਨਹੀਂ ਹੈ ਨਾ। ਤਾਂ ਸ਼ਾਇਦ ਉਸੇ ਕਰਕੇ ਅਸੀਂ ਕੁਝ ਚੀਜ਼ਾਂ ਵਿਸਾਰਦੇ ਗਏ ਤੇ ਦੂਰ ਹੁੰਦੇ ਗਏ, ਕਿਉਂਕਿ ਚਾਹੇ ਫੈਕਟ ਐਂਡ ਫਿਗਰਸ ਨੇ ਚਾਹੇ ਥਿਊਰੀ ਹੈ, ਬਟ ਪ੍ਰੈਕਟੀਕਲ ਹਮੇਸ਼ਾ ਵੱਡਾ ਹੀ ਰਹੇਗਾ। ਤੇ ਜਿੰਨੇ ਹੰਡਾਇਆ ਹੈ, ਜੇ ਅਸੀਂ ਉਹਨਾਂ ਨਾਲ ਜੁੜਦੇ ਹਾਂ ਹੈ ਨਾ, ਇੱਕ ਤਾਂ ਉਹਨਾਂ ਦਾ ਡਿਪਰੈਸ਼ਨ ਦੂਰ ਹੁੰਦਾ ਕਿ ਬੱਚੇ ਨੇੜੇ ਨਹੀਂ ਆਉਂਦੇ ਹੈ ਨਾ, ਸਾਨੂੰ 4 ਅਸੀਸਾਂ ਮਿਲਦੀਆਂ। ਸੋ ਇਸ ਤਰ੍ਹਾਂ ਤੋਂ ਇਨਫੋਰਮੇਸ਼ਨ ਸਟ੍ਰੈਸ ਜਿਹੜਾ ਉਹ ਵੀ ਬੜਾ ਵੱਡਾ ਕਾਰਨ ਬਣ ਰਿਹਾ ਹੈ ਸਾਡੇ ਫਿਜ਼ੀਕਲੀ ਅਨਫਿਟ ਹੋਣ ਦੇ ਲਈ। ਤੇ ਹੁਣ ਮੈਂ ਅੱਜ ਹੀ ਕੁਝ ਪਿਕਚਰਸ ਮੇਰੇ ਕੋਲ ਆਈਆਂ ਜੋ ਕਿ ਤੁਹਾਡੀ ਸਕਰੀਨ ਤੇ ਆ ਗਈਆਂ ਨੇ। ਸੋ ਬਸ ਇਹ ਪਿਕਚਰਸ ਹੀ ਬਹੁਤ ਕੁਝ ਕਹਿ ਰਹੀਆਂ, ਇਹਨਾਂ ਨੂੰ ਮੈਂ ਥੋੜਾ ਫਾਸਟ ਦਿਖਾਵਾਂਗੀ ਕਿ ਇੱਕ ਪਿਕਚਰ ਐਕਸਪਲੇਨ ਕਰਦੇ ਜਾਵਾਂਗੀ। ਦੇਖੋ ਪਹਿਲੀ ਪਿਕਚਰ 'ਚ ਬੱਚੀ ਇੱਕ ਨਸ਼ਾ ਲੈ ਰਹੀ ਹੈ ਤੇ ਉਹ ਨਸ਼ਾ ਲੈ ਰਹੀ ਹੈ ਇੰਟਰਨੈਟ ਦਾ। ਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿਚਾਏ। ਤੇ ਕੀ ਕਿਤੇ ਅਸੀਂ ਵੀ ਉਹ ਜਿਹੜਾ ਸ਼ਰਾਬ ਪੀਣ ਵਾਲਾ ਨਸ਼ਾ ਸੀ, ਜੋ ਹਰਕਤਾਂ ਹੁੰਦੀਆਂ ਸੀ, ਕਿ ਅਸੀਂ ਵੀ ਥੋੜੀਆਂ ਇੰਟਰਨੈਟ 'ਚ ਖੁੱਭ ਕੇ ਉਹੋ ਜਿਹੀਆਂ ਹਰਕਤਾਂ ਤਾਂ ਨਹੀਂ ਕਰ ਰਹੇ। ਦੂਸਰੀ ਪਿਕਚਰ ਹੈ, ਮਾਂ ਬੈਠੀ ਹੈ, ਐਕਚੁਅਲ 'ਚ ਫੋਨ ਦੀ ਦੀਵਾਰ ਬਣ ਗਈ ਹੈ, ਪਤਾ ਹੀ ਨਹੀਂ ਚੱਲ ਰਿਹਾ ਬੱਚਾ ਕੀ ਕਰ ਰਿਹਾ। ਠੀਕ ਹੈ, ਉਹ ਸਾਵਧਾਨ ਨਹੀਂ ਹੈ। ਠੀਕ ਹੈ, ਅਗਲੀ ਪਿਕਚਰ ਬਸ ਇਹ ਥੋੜਾ ਜਿਹਾ ਓਵਰਵਿਊ ਲਈ ਮੈਂ ਅੱਜ ਦੀਆਂ ਪਿਕਚਰਸ ਪਾ ਲਈਆਂ ਕਿ ਮੈਨੂੰ ਦਿਖਾਣਾ ਹੈ ਕਿ ਮਾਡਰਨ ਲਾਈਫਸਟਾਈਲ ਸਾਨੂੰ ਕਿੱਥੇ ਹੁਣ ਇਹ ਸੈਲਫੀ ਲੈ ਰਹੀ ਹੈ ਤੇ ਇਹ ਦਿਖਾਇਆ ਗਿਆ ਵੀ ਇਹ ਬੱਚੀ ਸੈਲਫੀ ਲੈ ਰਹੀ ਹੈ, ਇੱਕਦਮ ਸੁੱਕਾ ਪਿੰਜਰ ਕੱਢ ਕੇ ਤੂੰ ਆਪਣੇ ਆਪ ਨੂੰ ਫੋਨ ਹੀ ਸਮਝ ਰਹੀ ਹੈ। ਸਾਡੀਆਂ ਬੇਟੀਆਂ ਦੇ ਹਾਲ ਏਦਾਂ ਹੀ ਹੋ ਰਹੇ ਨੇ, ਅੰਦਰ ਕਮਜ਼ੋਰੀਆਂ ਆ ਰਹੀਆਂ ਨੇ। ਡਾਈਟ ਪਹਿਲਾਂ ਤਾਂ ਫਾਸਟ ਫੂਡ ਉਤੋਂ ਦੀ ਪਤਲੇ ਤੇ ਫਿੱਟ ਹੋਣ ਦਾ ਇੰਨਾ ਜ਼ਿਆਦਾ ਮੈਂ ਕੀ ਕਵਾਂ ਮਾਇਆ ਦਾ ਹੈ ਪ੍ਰਭਾਵ ਨਾ, ਆਪਣੀ ਸੈਲਫ ਸੈਂਟਰਡ, ਆਪਣੀ ਹੀ ਸੈਲਫੀ ਆਲਵੇਜ਼। ਇੰਨੀਆਂ ਜ਼ਿਆਦੀਆਂ ਸੈਲਫੀਆਂ, ਜੇ ਇੱਕ ਗੁਰਮਤ ਦੀ ਸੋਚ ਨੂੰ ਸੋਚਿਆ ਜਾਵੇ, ਗੁਰਸਾਹਿਬ ਤਾਂ ਮਤਲਬ ਹਮੇਸ਼ਾ ਤੂੰ ਹੀ ਤੂੰ ਦਾ ਸਬਕ ਸਿਖਾਇਆ, ਤੂੰ ਹੀ। ਤੇ ਮੈਂ ਕੀ ਲੱਗਦਾ ਨਹੀਂ ਸੈਲਫੀ 'ਚ ਮੈਂ ਹੀ ਹੋ ਰਿਹਾ। ਮਾਫ ਕਰਨਾ ਜੇ ਟੋਟਲੀ ਮੇਰੇ ਆਪਣੇ ਬਸ ਐਕਸਪੀਰੀਅੰਸ ਹੈ। ਫਿਰ ਅਗਲੀ ਫੋਟੋ 'ਚ ਆਪਾਂ ਦੇਖ ਰਹੇ ਹਾਂ ਵੀ ਬੱਚੇ ਦੀ ਆਰਟ ਦੀ ਕਦਰ ਨਹੀਂ ਹੋ ਰਹੀ। ਇੱਕ ਤਰ੍ਹਾਂ ਨਾਲ ਸਾਡੀ ਆਪਣੀ ਜੋ ਮਾਇਆਵੀ ਪਾਸ ਆ ਰਿਹਾ ਸੈਲਫੀ ਟਾਈਪਸ, ਉਹ ਚੀਜ਼ਾਂ ਦੇ ਸਾਨੂੰ ਜ਼ਿਆਦਾ ਲਾਈਕਸ ਮਿਲ ਰਹੇ ਆ ਫੇਸਬੁੱਕ ਤੇ, ਹੈ ਨਾ। ਤੇ ਇੱਥੋਂ ਹੀ ਮੈਨੂੰ ਗੱਲ, ਅਗਲੀ ਸਲਾਈਡ ਕਰਨਾ ਜੀ ਪਲੀਜ਼। ਇੱਥੋਂ ਹੀ ਮੈਨੂੰ ਇਹ ਖਿਆਲ ਆਉਂਦਾ ਵੀ ਅਸੀਂ ਬਰਥਡੇਜ਼ ਦਾ ਕਿੰਨਾ ਜ਼ਿਆਦਾ ਪ੍ਰਭਾਵ ਹੈ ਅੱਜ ਕੱਲ। ਅਸੀਂ ਇੰਨੀ ਇੰਪੋਰਟੈਂਸ ਬਰਥਡੇਜ਼ ਦੀ ਹੋ ਗਈ ਬਈ ਸਾਨੂੰ ਦੂਜੇ ਵਿਸਮਾਦ ਭੁੱਲ ਕੇ ਬਰਥਡੇ ਦਾ ਸਰਪ੍ਰਾਈਜ਼ ਚਾਹੀਦਾ ਹੈ ਨਾ। ਸਾਨੂੰ ਇਹ ਵਿਸਮਾਦ ਨਹੀਂ ਆਇਆ ਵੀ ਬੱਚਾ ਜਦੋਂ ਪੈਦਾ ਹੁੰਦਾ ਹੈ ਉਹਨੂੰ ਭੁੱਖ ਲੱਗਦੀ ਹੈ ਤਾਂ ਕਿੱਦਾਂ ਦੁੱਧ ਚੁੰਗਦਾ ਹੈ, ਉਹਨੂੰ ਕਿੰਨੇ ਸਿਖਾਇਆ ਦੁੱਧ ਚੁੰਗਣਾ, ਹੈ ਨਾ। ਕੋਈ ਵੀ ਕੰਮ ਹੈ, ਕੋਈ ਵੀ ਚੀਜ਼ ਹੈ, ਅਸੀਂ ਸਿਰਫ ਸੋਚਦੇ ਹਾਂ, ਉਹ ਹੁੰਦਾ ਤਾਂ ਆਪੇ ਉਹ ਕਿੱਦਾਂ ਹੁੰਦਾ। ਅਸੀਂ ਸਾਈਕਲ ਚਲਾਉਣਾ ਕਿੱਦਾਂ ਸਿੱਖ ਗਏ, ਹੈ ਨਾ। ਤੇ ਬਟ ਸਾਨੂੰ ਉੱਥੇ ਵਿਸਮਾਦ ਨਹੀਂ ਆ ਰਿਹਾ, ਸਾਨੂੰ ਕੁਦਰਤ ਦਿਖ ਹੀ ਨਹੀਂ ਰਹੀ ਹੈ, ਸਾਨੂੰ ਸਾਡੇ ਬਰਥਡੇ ਦਾ ਸਰਪ੍ਰਾਈਜ਼ ਚਾਹੁੰਦੇ ਆ, ਹੈ ਨਾ। ਫਿਰ ਹੁਣ ਆ 2 ਹਸਬੈਂਡ ਵਾਈਫ ਬੈਠੇ, ਭੈਣ ਭਰਾ ਕੋਈ ਵੀ ਬੈਠੇ ਨੇ, ਇੱਕੋ ਟੇਬਲ ਤੇ ਬੈਠੇ ਨੇ, ਖਾਈ ਹੈ ਸਾਡੇ ਵਿੱਚ, ਖਾਈ, ਕਿਉਂਕਿ ਉਹ ਜਿਹੜੇ ਮੋਬਾਈਲ ਹੈ ਉਹਨਾਂ ਦੇ ਵਿੱਚ ਜੁੜੇ ਪਏ ਨੇ। ਸੋ ਆ ਜਿਹੜੀ ਚੀਜ਼ ਹੈ, ਅਗਲੀ ਫੋਟੋ ਵੀ ਆਪ ਜੀ ਸਮਝ ਹੀ ਰਹੇ ਹੋ, ਸੋ ਮੈਂ ਇਹਦੇ ਤੇ ਨਾ ਟਾਈਮ ਲਵਾਂ, ਅਗਲੀ ਕਰਨਾ ਜੀ ਪਲੀਜ਼। ਨੈਕਸਟ ਫਿਰ ਉਹੀ ਚੀਜ਼ ਹੈ ਜੀ, ਸੈਲਫੀਆਂ ਤੇ ਕਿਤੇ ਪਤੰਗਾ ਉਡਾਉਂਦੇ ਸੀ, ਫਿਜ਼ੀਕਲੀ ਐਕਟਿਵ ਸੀ, ਕਿਤੇ ਹੁਣ ਸੈਲਫੀਆਂ ਦੇ ਪਿੱਛੇ ਇੱਕ ਨਵਾਂ ਰੋਗ ਜਾਗਿਆ ਵੀ ਬੱਚਿਆਂ ਦੀ ਐਲਬੋ 'ਚ ਨਾ ਇਨਫਲੇਮੇਸ਼ਨ ਵਾਲੀ ਸ਼ਿਕਾਇਤ ਆ ਰਹੀ ਸੀ। ਉਹ ਕਿਉਂ ਆ ਰਹੀ ਸੀ? ਕਿਉਂਕਿ ਸੈਲਫੀ ਲੈ ਕੇ ਕੂਣੀਆਂ ਸੁੱਜ ਗਈਆਂ ਤੇ ਜੇ ਦਾਨ ਕਰਦੇ ਆ ਦਿਖਾਵਾ, ਜਦ ਕਿ ਗੁਰੂ ਸਾਹਿਬ ਨੇ ਕਿਹਾ ਸੀ ਛੁਪਿਆ ਹੋ ਤੇ ਮੱਥੇ ਤੇ ਲਾਲ ਤਾਂ ਆਪੇ ਪ੍ਰਗਟ ਹੁੰਦਾ ਸੀ ਗੁਣਾ ਕਰਕੇ, ਇੱਥੇ ਅਸੀਂ ਪ੍ਰਗਟ ਕਰ ਰਹੇ ਹਾਂ ਦਾਨ ਦੇ ਕੇ, ਫੋਟੋਆਂ ਖਿੱਚ ਕੇ। ਅਗਲੀ ਫੋਟੋ ਜੀ। ਸੋ ਇੱਕ ਚੀਜ਼ ਹੈ ਹੋਰ ਹੈ ਜਿਹਦੇ ਵਿੱਚ ਇੱਕ ਸੈਂਡਲ ਹੈ ਜੋ ਕਿ 100 ਰੁਪਏ ਦੇ ਵਿਕ ਰਿਹਾ ਤੇ ਕੋਈ ਨਹੀਂ ਲੈਣ ਆਇਆ, ਬਟ ਜਦੋਂ ਉਹਨੇ ਲਾਇਆ ਵੀ ਇਹ 200 ਦੇ 100 ਚ ਮਿਲਣਗੇ ਤਾਂ ਸਾਰੀ ਭੀੜ ਇਕੱਠੀ ਹੋ ਗਈ। ਸੋ ਮੈਂ ਇੱਥੇ ਵੀ ਜਾਣਨਾ ਚਾਹੂੰਗੀ ਕੀ ਸਾਨੂੰ ਗੁਰਮਤ ਨੇ ਸਿਖਾਇਆ ਸੀ ਵੀ ਬਿਨਾਂ ਲੋੜ ਤੋਂ ਚੀਜ਼ਾਂ ਇਕੱਠੀਆਂ ਕਰੀ ਜਾਓ, ਹੈ ਨਾ। ਘਰੇ ਚੀਜ਼ਾਂ ਰੱਖਣ ਦੀ ਜਗ੍ਹਾ ਹੈ ਨਹੀਂ ਹੈ, ਕਿਹੜਾ ਲਾਲਚ ਹੈ, ਕਿਹੜਾ ਉਹ ਚੀਜ਼ ਭਰਮਾ ਰਹੀ ਹੈ ਕਿ ਜਦੋਂ ਪਹਿਲਾਂ ਉਹ ਸਾਨੂੰ ਲੋੜ ਨਹੀਂ ਸੀ ਤਾਂ ਅਸੀਂ ਨਹੀਂ ਲਈ, ਪਰ ਹੁਣ ਸਿਰਫ 200 ਦੀ 100 ਹੈ, ਇੱਕ ਭਰਮ ਆਏ ਤੇ ਭੱਜ ਗਏ। ਕਦੀ ਵੀ ਅਸੀਂ ਪੌਜ਼ ਦਈਏ, ਵਿਚਾਰੀਏ ਤੇ ਜ਼ਰੂਰਤ
ਜਿੰਨੀ ਕੁ ਲੋੜ ਆ ਉਹਨਾਂ ਕਰੀਏ ਤੇ ਸ਼ਾਇਦ ਅਸੀਂ ਸੁਖੀ ਰਵਾਂਗੇ ਜੀ। ਸੋ ਅੱਗੇ ਚੱਲੀਏ ਜੀ ਪਲੀਜ਼। ਸੋ ਇਹ ਵੀ ਸਾਡੀ ਅੱਜ ਕੱਲ ਦੇ ਲਾਈਫ ਸਟਾਈਲ ਦਾ ਦੁਖਾਂਤ ਹੈ ਕਿ ਦਰਖਤ ਕੱਟੇ ਜਾ ਰਹੇ ਨੇ ਬਟ ਗ੍ਰੀਨਰੀ ਦੀ ਫੋਟੋਆਂ ਹਨਾ, ਗ੍ਰੀਨਰੀ ਦੀ ਫੋਟੋਆਂ ਦੇ ਨਾਲ ਹੀ ਗੁਜ਼ਾਰੇ ਹੋ ਰਹੇ ਨੇ। ਸੋ ਭਰਮਾਇਆ ਜਾ ਰਿਹਾ ਅਗੇਨ ਹਨਾ, ਤੇ ਜੰਗਲ ਹੁਣ ਅਸੀਂ ਇਸ ਤਰ੍ਹਾਂ ਹੀ ਦੇਖਿਆ ਕਰਾਂਗੇ ਫੋਟੋਆਂ ਦੇ ਵਿੱਚ ਕਿਉਂਕਿ ਸ਼ਹਿਰ ਇੰਡਸਟਰੀਅਲਾਈਜੇਸ਼ਨ ਹੋ ਰਹੀ ਹੈ। ਤੇ ਅੱਗੇ ਚੱਲੀਏ ਜੀ ਪਲੀਜ਼। ਸੋ ਇਹ ਸਾਰੀਆਂ ਚੀਜ਼ਾਂ ਫੋਟੋਆਂ ਜਸਟ ਇੱਕ ਓਵਰਵਿਊ ਸੀ। ਇਹਨਾਂ ਦੀ ਵਜ੍ਹਾ ਨਾਲ ਜੋ ਵੀ ਅਸੀਂ ਪਿੱਛੇ ਦੇਖਿਆ, ਇਹਨਾਂ ਦੀ ਵਜ੍ਹਾ ਨਾਲ ਜੋ ਸਾਨੂੰ ਗਿਫਟਸ ਮਿਲੇ ਨੇ ਉਹ ਹੈ ਸਟ੍ਰੈਸ, ਸਾਨੂੰ ਡਿਪਰੈਸ਼ਨ, ਸਾਨੂੰ ਪ੍ਰਾਈਵੇਸੀ ਚਾਹੀਦੀ ਹੈ, ਪ੍ਰਾਈਵੇਸੀ ਨੇ ਸਾਨੂੰ ਇਕੱਲਪਣਾ ਦਿੱਤਾ। ਫਿਰ ਉਸ ਤੋਂ ਬਾਅਦ ਹੈ ਬਿਮਾਰੀਆਂ ਦੀ ਜੇ ਗੱਲ ਕਰ ਲਈਏ, ਕੈਂਸਰ, ਇਨਫਰਟੀਲਿਟੀ, ਬੀਪੀ, ਡਾਇਬੀਟੀਜ਼ ਹੈਨਾ, ਸੁਸਤੀ ਜਿਹੜੀ ਪਈ ਹੈ, ਇੰਨੀ ਲਥਾਰਜੀ ਜਿਹੜੀ ਆਈ ਹੈ ਸਾਡੇ ਵਿੱਚ, ਲਥਾਰਜੀ ਕਿ ਅਸੀਂ ਕਿਵੇਂ ਆਏਗੀ ਕਿਉਂਕਿ ਕੰਮ ਹੀ ਬੜਾ ਤੇਜ਼ ਹੋ ਗਿਆ ਹਨਾ। ਹਰ ਇੱਕ 1 ਕਲਿੱਕ ਤੇ ਜਦੋਂ ਤੁਹਾਨੂੰ ਸਮਾਨ ਮਿਲ ਰਿਹਾ, ਸਾਰਾ ਸਮਾਨ ਔਨ 1 ਕਲਿੱਕ ਹੈਨਾ, ਜਿੰਨਾ ਉਹ ਫਾਸਟ ਹੋ ਰਿਹਾ ਹੈ, ਇੱਕ ਕਲਿੱਕ ਤੁਹਾਨੂੰ ਲੇਜ਼ੀਪਨ ਵੱਲ ਵਧਾ ਰਹੀ ਹੈ, ਤੁਹਾਨੂੰ ਲੇਜ਼ੀ ਕਰ ਰਹੀ ਹੈ, ਔਰ ਫਾਸਟ ਫੂਡ ਤੁਹਾਡੀ ਡਾਈਜੈਸ਼ਨ ਸਲੋ ਕਰ ਰਿਹਾ, ਓਬੇਸਿਟੀ ਹੈ ਨਾ, ਮੋਟਾਪਾ ਆ ਰਿਹਾ। ਤੇ ਅੱਛਾ ਹੁਣ ਜਿਹੜੇ ਬੀਪੀ ਔਰ ਅਗਰ ਅਸੀਂ ਕਹੀਏ ਡਾਇਬੀਟੀਜ਼ ਹੈ, ਕਿਉਂਕਿ ਇਹ ਸਾਰਿਆਂ ਨੂੰ ਹੀ ਹੈ, ਆਲਮੋਸਟ ਸਾਰਿਆਂ ਨੂੰ ਹੈ, ਉਹ ਅਸੀਂ ਸੋਚ ਲਿਆ ਵੀ ਨਾਰਮਲ ਹੈ, ਕੋਈ ਗੱਲ ਨਹੀਂ ਹੈ ਨਾ, ਉਹਨੂੰ ਅਸੀਂ ਨਾਰਮਲ ਸਮਝ ਲਿਆ, ਬਟ ਉਹ ਨਾਰਮਲ ਨਹੀਂ ਹੈ। ਇਸੇ ਜਿਹੜਾ ਸ਼ੂਗਰ ਹੈ, ਕੈਂਸਰ ਹੈ, ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਇਹ ਲਾਈਫ ਟਰਮੀਨੇਟਿੰਗ ਡਿਜ਼ੀਜ਼ਸ ਨੇ, ਕਿਉਂਕਿ ਇਹ ਉਦੋਂ ਹੁੰਦੀਆਂ ਨੇ ਜਦੋਂ ਅਸੀਂ ਹਰੀ ਦਾ ਮੰਦਰ, ਜਿਹੜਾ ਸਾਡਾ ਸਰੀਰ ਹੈ, ਸਾਡੇ ਸਰੀਰ ਨੂੰ ਹਰੀ ਦਾ ਮੰਦਰ ਕਿਹਾ ਗਿਆ ਸੀ ਹੈਨਾ, ਤੇ ਮੰਦਰ ਨੂੰ ਅਸੀਂ ਏਦਾਂ ਸਾਂਭ ਰਹੇ ਹਾਂ ਕੈਂਸਰ ਕਰਾ ਕੇ ਹੈਨਾ। ਠੀਕ ਹੈ, ਅਸੀਂ ਕਈ ਥਾਵਾਂ ਤੇ ਭਾਣਾ ਮੰਨ ਲੈਂਦੇ ਹੈਨਾ, ਪਰ ਪਤਾ ਨਹੀਂ ਕਿਉਂ ਮੈਨੂੰ ਆਪਣੇ ਉਹਦੇ ਤੋਂ ਲੱਗਦਾ ਹੈ ਗੁਰੂ ਮਹਾਰਾਜ ਦਾ ਵੀ ਨਹੀਂ ਬਈ, ਜੇ ਉਹਨੇ ਬਾਣੀ ਵਿੱਚ ਥਾਂ ਤੇ ਸਰਬ ਰੋਗ ਕਾ ਔਖਦ ਨਾਮ ਸੁਖਮਨੀ ਸਾਹਿਬ ਪੜ੍ਹ ਲਿੱਤੀ ਜਾਵੇ, ਕਿੰਨਾ ਕੁ ਧੀਰਜ, ਕਿੰਨਾ ਕੁ ਤਰਵਾਸ ਮਿਲ ਰਿਹਾ ਸੁਖਮਨੀ ਸਾਹਿਬ ਪੜ੍ਹ ਕੇ, ਤੇ ਕੀ ਉਹ ਮਨ ਨੂੰ ਠੰਡ ਪੈ ਰਹੀ ਹੈ ਹੈਨਾ। ਤੇ ਜੇ ਤੁਹਾਡੇ ਮਨ ਨੂੰ ਠੰਡ ਪੈ ਰਹੀ ਹੈ, ਮਾਈਂਡ ਹੀ ਤਾਂ ਕੰਟਰੋਲ ਕਰਦਾ ਹੈ ਬੋਡੀ ਨੂੰ। ਜੇ ਅਸੀਂ ਕਹੀਏ ਕਿ ਨਹੀਂ ਸਭ ਤੋਂ ਵੱਡਾ ਇਫੈਕਟ ਕਿਹਦਾ ਹੈ, ਸਭ ਤੋਂ ਵੱਡਾ ਇਫੈਕਟ ਮਨ ਦਾ ਹੈ, ਡਾਈਟ ਵੀ ਪਿੱਛੇ, ਐਕਸਰਸਾਈਜ਼ ਵੀ ਪਿੱਛੇ, ਸਭ ਕੁਝ ਪਿੱਛੇ, ਸਭ ਤੋਂ ਵੱਡੀ ਹੈ ਮਨ ਦੀ ਚੜ੍ਹਦੀ ਕਲਾ। ਕਿਉਂਕਿ ਸਾਡਾ ਇਤਿਹਾਸ ਗਵਾਹ ਹੈ, ਆਰੇ ਨਾਲ ਚੀਰੇ ਗਏ ਸੀ, ਬਟ ਅਸੀਂ ਉਹ ਨਹੀਂ ਕੀਤਾ। ਇੱਕ ਮਿੰਟ, ਮੈਂ ਬਹੁਤ ਮਾਫੀ ਚਾਹਾਂਗੀ, ਮੇਰੇ ਕੋਲ ਘਰੇ ਕੋਈ ਨਹੀਂ ਸੀ ਤੇ ਡੋਰਬੈਲ ਹੋ ਰਹੀ ਹੈ, ਸੌਰੀ, ਮੈਨੂੰ ਇੱਕ ਮਿੰਟ ਲਈ ਪੌਜ਼ ਲੈਣਾ ਪਏਗਾ ਜੀ। ਸੋ ਮਨ ਜਿਹੜਾ ਹੈ ਉਹ ਬਹੁਤ ਹੀ ਸ਼ਕਤੀਸ਼ਾਲੀ ਹੈ ਜੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ। ਜਿਵੇਂ ਮੇਰੇ ਕੋਲੋਂ ਇੱਕ ਬੜੀ ਵੱਡੀ ਗਲਤੀ ਇਹ ਹੋਈ ਬਚਪਨ ਵਿੱਚ, ਮੇਰੇ ਦਾਦੀ ਮੰਮਾ ਨਾ ਕੋਈ ਗੱਲ ਹੋਣੀ, ਉਹਨਾਂ ਨੇ ਕਹਿਣਾ ਤਾਤੀ ਵਾਹ ਨਾਲ ਲੱਗ ਗਈ, ਸ਼ਬਦ ਪੜ੍ਹ ਲੈ, ਤਾਤੀ ਵਾਹ, ਤੇ ਮੈਂ ਕਹਿਣਾ ਵੀ ਕੀ ਮੰਤਰ ਹੈ, ਰਟਨ ਹੈ, ਜਾਂ ਪਤਾ ਨਹੀਂ ਕਿਉਂ ਇਸ ਤਰ੍ਹਾਂ ਸੋਚਣ ਆ ਗਈ ਸੀ ਵੀ ਜਿਵੇਂ ਇਹ ਪੰਡਤਾਂ ਵਾਲਾ ਕੰਮ ਹੋ ਰਿਹਾ, ਏਦਾਂ ਮੰਤਰ ਰਟਨ ਅਸੀਂ ਨਹੀਂ ਕਰਨੇ, ਬਸ ਜੋ ਹੁਕਮ ਹੈ ਵਾਹਿਗੁਰੂ ਦਾ। ਸ਼ਾਇਦ ਅਸੀਂ ਜਦੋਂ ਸਿੱਖਣਾ ਸ਼ੁਰੂ ਕਰਦੇ ਹਾਂ ਤਾਂ ਕੋਈ ਚੀਜ਼ਾਂ ਪਹਿਲਾਂ ਵੱਡੀ ਕਲਾਸ ਦੀ ਪੜ੍ਹਾਈ ਪਹਿਲਾਂ ਕਰ ਲੈਂਦੇ ਆ, ਤੇ ਮੈਂ ਇੱਧਰ ਨੂੰ ਚੱਲ ਪਈ ਕਿ ਨਹੀਂ ਹੁਕਮ ਹੈ ਬਾਬਾ ਜੀ ਦਾ ਹੁਕਮ। ਬਟ ਜਦੋਂ ਹੁਣ ਕਈ ਸਾਰੇ ਅਸੀਂ ਸਪਿਰਿਚੁਅਲ ਗੁਰੂਜ਼ ਨੂੰ ਨਾਲ ਸੁਣਦੇ ਆ, ਕੰਪੇਅਰ ਕਰਦੇ ਆ ਬਾਣੀ ਦੇ ਨਾਲ ਹਨਾ, ਤੇ ਬੜੇ ਸਾਰੇ ਜਿਹੜੇ ਮੋਟੀਵੇਸ਼ਨਲ ਗੁਰੂਜ਼ ਹੈ, ਸਭ ਲੋਕ ਇਹ ਕਹਿੰਦੇ ਨੇ ਜੀ ਪੋਜ਼ਿਟਿਵਨੈਸ ਸਾਰੀਆਂ ਪ੍ਰੋਬਲਮਸ ਦੀ ਹੱਲ ਹੈ। ਤੇ ਪੋਜ਼ਿਟਿਵ ਕੀ ਹੁੰਦਾ? ਗੁਰਬਾਣੀ ਹਾਈਲੀ ਪੋਜ਼ਿਟਿਵ ਥਾਟਸ ਜਨਰੇਟ ਕਰਾਂਦੀ ਹੈ। ਹੁਣ ਜੇ ਮੈਂ ਤਾਤੀ ਵਾਹ ਨਾਲ ਲੱਗ ਗਈ ਸ਼ਬਦ ਨੂੰ ਹਾਈ ਇੰਟੈਂਸਿਟੀ ਨਾਲ ਪੜ੍ਹਦੀ, ਸਪੋਜ਼ ਕਰੋ ਕਿ ਉਹ ਸ਼ਬਦ ਹੈ, ਸ਼ਬਦ ਦਾ ਸਾਡਾ ਗੁਰੂ ਹੈ ਹਨਾ, ਤੇ ਜਦੋਂ ਉਸ ਸ਼ਬਦ ਦੇ ਨਾਲ ਮੇਰੀ ਇੰਟੈਂਸਿਟੀ, ਮੇਰੀ ਉਸ ਟਾਈਮ ਤੇ ਮੇਰਾ ਭਾਵ, ਮੇਰੀ ਸੋਚ ਹਨਾ, ਮੈਂ ਪੂਰਾ ਉਹਨੂੰ ਵਿਜ਼ੂਅਲਾਈਜ਼ ਕਰਕੇ ਕਹਿੰਦੀ ਹਾਂ ਕਿ ਹਾਂ ਮੇਰੇ ਆਲੇ ਦੁਆਲੇ ਪ੍ਰੋਟੈਕਸ਼ਨ ਹੈ, ਮੈਨੂੰ ਵਾਕਈ ਤੱਤੀ ਵਾਹ ਨਹੀਂ ਲੱਗ ਰਹੀ, ਗੁਰੂ ਸਾਹਿਬ ਦਾ ਹੱਥ ਆਪਣੇ ਨਾਲ ਮਹਿਸੂਸ ਕਰਦੇ। ਅਗਰ ਤੁਸੀਂ, ਮੈਂ ਐਕਸਪੈਰੀਮੈਂਟ ਹੀ ਕਰਕੇ ਦੇਖ ਲੈਂਦੀ 15 ਦਿਨ ਦਾ ਕਿ ਮੇਰੀ ਲਾਈਫ 'ਚ ਕੀ ਫਰਕ ਪੈ ਰਿਹਾ, ਮਨ 'ਚ ਕੀ ਫਰਕ ਪੈ ਰਿਹਾ। ਅਸੀਂ ਸੁੱਤੇ ਉੱਠਦੇ ਆ, ਸਾਰੇ ਕਹਿੰਦੇ ਆ
ਸਭ ਨੇ ਮੰਨਿਆ, ਸਾਇੰਸ ਨੇ ਵੀ ਮੰਨਿਆ ਵੀ ਉਸ ਟਾਈਮ ਜਿਹੜਾ ਟਾਈਮ ਹੁੰਦਾ ਬਿਲਕੁਲ ਸਵੇਰ ਦਾ, ਉਸ ਟਾਈਮ ਤੇ ਕੰਸੈਂਟਰੇਸ਼ਨ ਤੁਹਾਡੀ ਜ਼ਿਆਦਾ ਬਣਦੀ ਹੈ। ਉੱਠ ਕੇ ਜਦੋਂ ਮੈਂ ਕਹਿੰਦੀ ਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਚੰਦਾ, ਉਹ ਕਹਿੰਦੇ ਨੇ ਉਹ ਕਿੱਦਾਂ ਦੇ ਸੈਂਟੈਂਸ ਸਾਨੂੰ ਦਿੰਦੇ ਨੇ, ਸਵੇਰੇ ਉੱਠੋ, ਟੁਡੇ ਵਿਲ ਬੀ ਗੋਇੰਗ ਅ ਵੈਰੀ ਗੁੱਡ ਡੇ, ਹਨਾ, ਤੇ ਮੈਂ ਅੱਜ ਇਹ ਕਰਾਂਗਾ, ਖੁਸ਼ ਰਵਾਂਗਾ। ਤੇ ਪਹਿਲਾਂ ਉਹਨੇ ਮੈਨੂੰ ਕੀ ਦੇਤਾ, ਸੁੱਤੜ ਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਚੰਦਾ। ਪਹਿਲਾਂ ਹੀ ਉਹਨੇ ਸਿਰ ਤੇ ਹੱਥ ਰੱਖਤਾ, ਮੈਂ ਫੀਲ ਕਰ ਰਿਹਾ ਕਿ ਵਾਹ ਮੇਰੇ ਨਾਲ ਜੇ ਵਾਹਿਗੁਰੂ ਹੈ ਤਾਂ ਮੈਨੂੰ ਕਾਹਦੀ ਚਿੰਤਾ, ਹੈਨਾ। ਤੋ ਸਾਨੂੰ ਤਾਂ ਹਾਈਲੀ ਪੋਜ਼ਿਟਿਵ ਥਾਟਸ ਮਿਲੇ ਸੀਗੇ। ਇੱਕ ਸ਼ਬਦ, ਕੋਈ ਸ਼ਬਦ ਚੱਕ ਲਓ, ਉਸਨੂੰ ਜੇ ਚਿੰਤਾ ਹੋ ਰਹੀ ਹੈ, ਡਿਪਰੈਸ਼ਨ ਹੋ ਰਹੀ ਹੈ, ਡਰ ਲੱਗ ਰਿਹਾ, ਬਿਮਾਰੀ ਹੈ, ਕੋਈ ਸ਼ਬਦ ਚੱਕ ਲਓ, ਉਸ ਸ਼ਬਦ ਵੱਲ ਧਿਆਨ ਜੋੜ ਕੇ ਉਹਨੂੰ ਫੀਲ ਚ ਲੈ ਕੇ ਆਓ, ਉੱਚੀ ਉੱਚੀ ਬੋਲ ਕੇ ਗਾ ਲਓ, ਹੈਨਾ। ਬੋਲ ਕੇ ਗਾ ਕੇ ਅਲੱਗ ਤੁਹਾਨੂੰ ਐਕਸਪੀਰੀਅੰਸ ਆਏਗਾ। ਅਸੀਂ ਐਕਸਪੀਰੀਅੰਸ ਤਾਂ ਕਰੀਏ। ਬਾਣੀ ਕਹਿੰਦੀ ਹੈ ਮਨ ਤਨ ਸੀਤਲ ਹੋਏ, ਹੈਨਾ। ਬੜੀ ਥਾਵਾਂ ਤੇ ਆਇਆ ਹੈ। ਜੇ ਹੁਣ ਸਰਬ ਰੋਗ ਨਾਮ ਵਰਗੀਆਂ ਸੰਸਥਾਵਾਂ ਬਣ ਗਈਆਂ, ਮਨ ਕਿਉਂ ਨਹੀਂ ਅਸੀਂ ਐਕਸਪੈਰੀਮੈਂਟ ਕਰ ਸਕਦੇ, ਹੈਨਾ। ਅਸੀਂ ਉਹਨੂੰ ਕਦੀ ਟੈਸਟ ਕਿਉਂ ਨਹੀਂ ਕਰ ਸਕਦੇ, ਬਾਣੀ ਨੂੰ ਟੈਸਟ ਕਰੋ ਕਿ ਹਾਂ ਬਈ ਤੁਸੀਂ ਕਹਿ ਰਹੇ ਹੋ ਬਾਬਾ ਜੀ ਤਨ ਮਨ ਸੀਤਲ ਹੋਏ, ਮੈਂ ਦੇਖਦੀ ਹਾਂ ਕਿੱਦਾਂ, ਹੈਨਾ। ਉਹ ਤਾਂ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ, ਵੀ ਉਹ ਤਾਂ ਮੈਨੂੰ ਰਾਜਾ ਬਣਾ ਰਿਹਾ, ਮੈਂ ਤਾਂ ਰਾਜੇ ਦਾ ਬੱਚਾ, ਮੈਨੂੰ ਥਾਂ ਥਾਂ ਤੇ ਕਹਿ ਰਿਹਾ ਤੈਨੂੰ ਕੋਈ ਚਿੰਤਾ ਨਹੀਂ, ਤੈਨੂੰ ਕੋਈ ਬਿਮਾਰੀ ਨਹੀਂ, ਤੈਨੂੰ ਕੋਈ ਫਿਕਰ ਹੀ ਨਹੀਂ। ਫੇਰ ਮੈਂ ਕਿੱਥੇ ਭੱਜ ਲਿਆ, ਤੇ ਫਿਜ਼ੀਕਲੀ ਅਨਫਿਟ ਹੋਣਾ ਤਾਂ ਫਿਰ ਆਏਗਾ ਹੀ ਨਾ, ਜਦੋਂ ਆਪਣਾ ਜਿਹੜਾ ਰਾਜਾ ਹੈ ਉਹਨੂੰ ਭੁੱਲੇ ਪਿਆ, ਜਿਹੜਾ ਹੱਥ ਪੈ ਨੇੜੇ, ਹੈਨਾ, ਹੱਥਾਂ ਪੈਰਾਂ ਤੋਂ ਸਾਡੇ ਤੋਂ ਨੇੜੇ। ਸੋ ਖੈਰ ਇਹ ਅਸੀਂ ਚੱਲ ਰਹੇ ਸੀਗੇ, 1 ਮਿੰਟ ਸੌਰੀ ਅੰਕਲ, ਪਿੱਛੇ ਕਰ ਰਹੇ ਹੋ, ਪਿਛਲੀ ਸਲਾਈਡ। ਹਾਂਜੀ, ਸੋ ਠੀਕ ਹੈ ਜੀ, ਅੱਗੇ ਚੱਲਦੇ ਹਾਂ। ਤੇ ਹੁਣ ਬਸ ਇਹਦਾ ਲਾਸਟ ਇਹ ਹੈ ਕਿ ਅਸੀਂ ਕੀ ਕਰ ਲਿਆ, ਜਿਹੜੀ ਕਮਜ਼ੋਰੀ ਸੀ ਨਾ, ਜਦੋਂ ਸਾਡੇ ਕੋਲ ਦੂਰ ਨਹੀਂ ਹੋਈ, ਕਿਤੇ ਨਾ ਕਿਤੇ ਅਸੀਂ ਕਮਜ਼ੋਰੀ ਦੀ ਸ਼ੇਖੀ ਮਾਰਨੀ ਸ਼ੁਰੂ ਕਰਤੀ, ਵੀ ਠੀਕ ਹੈ ਜੀ, ਬਸ ਠੀਕ ਹੈ ਭਾਣਾ, ਅਸੀਂ ਠੀਕ ਆ, ਸਭ ਵਧੀਆ। ਤੇ ਅੱਗੇ ਆ ਗਿਆ ਜੀ, ਸੋਲਿਊਸ਼ਨ ਇਜ਼ ਸਿੰਪਲ ਐਂਡ ਸਿੰਪਲ ਇਜ਼ ਪਾਵਰਫੁਲ। ਵਾਕਈ ਸੋਲਿਊਸ਼ਨ ਕੀ ਹੈ, ਤਾਤੀ ਭਾਵਨਾ ਲੱਗ ਗਈ। ਕਿਵੇਂ ਆ, ਉਹ ਰਸਤਾ ਜ਼ਰੂਰ ਦਿਖਾਉਂਦਾ ਹੈ, ਸਿੱਧੀਆਂ ਜ਼ਰੂਰ ਢੂੰਡਦਾ ਹੈ। ਠੀਕ ਹੈ, ਸ਼ਾਇਦ ਮੈਂ ਇਹ ਗੱਲਾਂ ਥੋੜੀਆਂ ਇਮੋਸ਼ਨਲ ਵੀ ਹੋਵਾਂਗੀ, ਬਟ ਕਾਫੀ ਚੀਜ਼ਾਂ ਪ੍ਰੈਕਟੀਕਲੀ ਸਾਇੰਸ ਰਿਲੇਟ ਕਰਦਾ ਹੈ ਕਿ ਜਦੋਂ ਥਾਟ ਪੋਜ਼ਿਟਿਵ ਆਉਂਦਾ ਹੈ, ਬਾਰ-ਬਾਰ ਉਹ ਪੋਜ਼ਿਟਿਵ ਸ਼ਬਦ ਦਾ ਉਸ ਫੀਲਿੰਗ ਨਾਲ ਉਚਾਰਨ ਕਰਦੇ ਹਾਂ, ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਬਣੀ ਹੈ, ਬਸ ਬਾਣੀ ਪੜ੍ਹੀਏ, ਬਾਣੀ ਗਾਈਏ, ਤੇ ਬਾਣੀ ਹੀ ਦੱਸ ਦੇਗੀ, ਸਹਿਜ ਹੀ ਪਤਾ ਲੱਗ ਜਾਊਗਾ ਕਿੱਦਾਂ ਦਾ ਕੱਪੜਾ ਪਾਣਾ ਹੈ, ਕਿ ਕਿੰਨਾ ਖਾਣਾ ਹੈ, ਹਨਾ, ਬਾਹਰ ਜਾਣਾ ਨਹੀਂ, ਉਹ ਸਭ ਕੁਝ ਆਪੇ ਹੀ ਪਤਾ ਲੱਗੇਗਾ। ਜਿੱਦਾਂ ਛੋਟੇ ਜਿਹੇ ਬੱਚੇ ਨੂੰ ਭੁੱਖ ਲੱਗਦੀ ਹੈ ਤੇ ਦੁੱਧ ਚੁੰਗਦਾ, ਉਹਨੂੰ ਪਤਾ ਕਿੱਦਾਂ ਕਰਨਾ ਹੈ, ਇਸੇ ਤਰ੍ਹਾਂ ਸਾਨੂੰ ਆਪੇ ਹੀ ਪਤਾ ਲੱਗੂਗਾ। ਬਸ ਬਾਣੀ ਨਾਲ ਜਿਹੜਾ ਸਾਡਾ ਕਨੈਕਟਡ, ਸਟੇ ਕਨੈਕਟਡ। ਅੱਗੇ ਚੱਲਿਓ ਜੀ, ਸਟੇ ਅਗਲੀ ਸਲਾਈਡ। ਸੋ ਅਸੀਂ ਕਨੈਕਟਡ ਰਹਿਣਾ ਉਹਦੇ ਨਾਲ। ਤਾਂ ਕਨੈਕਸ਼ਨ ਦਾ ਮਤਲਬ ਕਿੱਦਾਂ ਹੈ, ਸਾਡੇ ਬਾਣੀ ਵਿੱਚ ਧਿਆਨ ਦੀ ਬਹੁਤ ਮਹੱਤਤਾ ਹੈ, ਧਿਆਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਤੇ ਧਿਆਨ ਕੀ ਹੈ, ਕਨੈਕਸ਼ਨ ਤੁਹਾਡਾ ਬਣਾ ਦਿੰਦਾ ਹੈ, ਹੈਨਾ। ਤੋ ਸਟੇ ਦੀ ਗੱਲ ਕੀ ਹੈ ਕਿ ਅਸੀਂ ਧਿਆਨ ਜਿਹੜਾ ਨਾ ਉਹ ਗੁਰੂ ਵੱਲ ਰੱਖਣਾ ਹੈ, ਹੈਨਾ। ਤੇ ਧਿਆਨ ਜੋੜਨ ਵਾਸਤੇ ਕੁਝ ਟਾਈਮ ਆਪਣੇ ਆਪ ਲਈ, ਚਾਹੇ ਤੁਸੀਂ ਬਾਣੀ ਪੜ੍ਹ ਰਹੇ ਹੋ, ਉਹੀ ਬਾਣੀ ਦੇ ਸ਼ਬਦਾਂ ਦੇ ਵਿੱਚ ਪੂਰੀ ਤਰ੍ਹਾਂ ਤੁਸੀਂ ਫੋਕਸ ਹੋ ਕੇ, ਜਦੋਂ ਅਸੀਂ ਫੋਕਸ ਹੁੰਦੇ ਆ, ਸਾਡਾ ਫੋਕਸ એનર્ਜੀ ਵੱਧਦੀ ਹੈ। ਅੱਛਾ, ਸਾਨੂੰ ਕਿੰਨੀਆਂ ਨਿਆਮਤਾਂ ਮਿਲੀਆਂ ਗੁਰਮਤਿ ਦੀਆਂ, ਸਾਨੂੰ ਸੰਗਤ ਕਰਨ ਲਈ ਕਿਹਾ। ਸੰਗਤ ਕਰਨ ਨਾਲ ਕੀ ਹੁੰਦਾ, ਸਾਡਾ ਸੋਸ਼ਲ ਹੈਲਥ ਕਿੰਨੇ ਜ਼ਿਆਦਾ, ਹੁਣ ਕਰੋਨਾ ਦੇ ਵਿੱਚ ਸਾਡੇ ਸਿੱਖਾਂ ਦੀ ਸੋਸ਼ਲ ਸਕਿੱਲਸ ਕਿੰਨੀਆਂ ਵੱਧ ਕੇ ਆਈਆਂ, ਕਿੰਨੀ ਸੋਹਣੀ ਆਰਗੇਨਾਈਜੇਸ਼ਨ, ਕਿੰਨੀਆਂ ਸੇਵਾਵਾਂ, ਹਨਾ। ਤੇ ਜੇ ਅਸੀਂ ਡੇਲੀ ਨਿਤਨੇਮ ਕਰ ਰਹੇ ਹਾਂ ਨਾ, ਸਵੇਰੇ ਸ਼ਾਮ ਪੱਕਾ ਵੀ ਜੋ ਵੀ ਹੈ ਨਿਤਨੇਮ ਕਰਨਾ, ਉਹਦੇ ਨਾਲ ਸਾਡੀ ਵਿਲ ਪਾਵਰ ਵੱਧ ਰਹੀ ਹੈ। ਵਿਲ ਪਾਵਰ ਕਿੰਨੀ ਵੱਡੀ ਸਟਰੈਂਥ ਹੈ। ਫਿਰ ਅਸੀਂ ਜਦੋਂ ਕੀਰਤਨ ਕਰ ਰਹੇ ਹਾਂ, ਕੀਰਤਨ ਗਹਿਣਾ, ਕੀਰਤਨ ਜਦੋਂ ਡੇਲੀ ਕਰ ਰਹੇ ਹਾਂ, ਕੀਰਤਨ ਨਾਲ ਕੀ ਹੋ ਰਿਹਾ, ਦਿਲ ਦੀਆਂ, ਜਿਹਨੂੰ ਕਹਿੰਦੇ ਨਾ ਦਿਲ ਦੀਆਂ ਤਰਬਾਂ, ਭਾਈ ਵੀਰ ਸਿੰਘ ਜੀ ਕਹਿੰਦੇ, ਦਿਲ ਦੀਆਂ ਤਰਬਾਂ ਤੁਹਾਡੀਆਂ ਉਹਦੇ ਨਾਲ ਹਿਲਦੀਆਂ, ਤੇ ਤੁਹਾਡਾ ਕੀਰਤਨ ਕੀ ਕਰ ਰਿਹਾ, ਇਮੋਸ਼ਨਲ ਵੈਲਬੀਇੰਗ ਤੁਹਾਡਾ। ਤੇ ਜਦੋਂ ਤੁਹਾਨੂੰ ਸੇਵਾ ਲਈ ਕਿਹਾ ਜਾ ਰਿਹਾ, ਸਾਨੂੰ ਸੇਵਾ ਕਰੋ, ਜਦੋਂ ਹੁਣ ਸੇਵਾ ਦੀ ਇੰਨੀ ਮਹੱਤਤਾ ਹੈ, ਤੇ ਸੇਵਾ ਦੇ ਨਾਲ ਕੀ ਹੋ ਰਿਹਾ, ਤੁਸੀਂ ਫਿਜ਼ੀਕਲੀ ਭੱਜ ਰਹੇ ਹੋ, ਕਰ ਰਹੇ ਹੋ, ਭਾਂਡੇ ਲਾ ਰਹੇ ਹੋ। ਚਲੋ ਜੇ ਸਿੰਪਲ ਸੇਵਾ ਜਿਹੜੀ ਗੁਰਦੁਆਰੇ ਵਾਲੀ ਵੀ ਲੈ ਲਈਏ, ਝਾੜੂ ਪੋਚੇ ਭਾਂਡੇ ਹੀ ਕਰ ਲਓ, ਹੱਥ ਹਿਲ ਰਹੇ ਨੇ, ਕੋਈ ਸਰੀਰ ਹਿਲ ਰਿਹਾ, ਹੈਨਾ। ਘਰ ਤਾਂ ਚਲੋ ਹੁਣ ਸਾਨੂੰ ਕੀ ਹੋਇਆ, ਮੈਂ ਇਹ ਨਹੀਂ ਕਹਾਂਗੀ ਕੁੜੀਆਂ ਕੱਲੀਆਂ, ਬੇਟੀਆਂ ਕੱਲੀਆਂ, ਬੇਟੇ ਤੇ ਬੇਟੀਆਂ ਦੋਨਾਂ ਨੂੰ ਅਸੀਂ ਸ਼ੁਰੂ ਤੋਂ ਸਿਰਫ ਪੜ੍ਹਾਈ ਵਾਲੇ, ਕਰੀਅਰ ਵਾਲੇ ਕੰਮਾਂ ਵੱਲ ਪ੍ਰਾਇੋਰਟੀ ਦੇਣ ਲਈ, ਸਾਡੇ ਬੱਚਿਆਂ ਨੂੰ ਖਾਲੀ ਨਹੀਂ ਪੜ੍ਹਨੀ ਆਉਂਦੀ,
ਰੋਟੀ ਖਾਣ ਤੋਂ ਬਾਅਦ ਭਾਂਡੇ ਨਹੀਂ ਰਸੋਈ 'ਚ ਅਸੀਂ ਰੱਖ ਕੇ ਆ ਸਕਦੇ, ਜੇ ਸਰਵ ਕਰਨਾ ਪੈ ਜੇ ਕੜਛੀ ਨਹੀਂ ਫੜਨੀ ਆਉਂਦੀ। ਤੋ ਅੱਜ ਕੱਲ ਵੱਡੇ ਸਕੂਲਾਂ 'ਚ ਕੀ ਹੈ, ਮੋਨੀਟਿਸਰੀ ਟੀਚਿੰਗ ਹੈ। ਮੋਨੀਟਿਸਰੀ ਕੀ ਕਹਿੰਦੇ ਆ, ਜਦੋਂ ਮੈਂ ਕਿਹਾ ਪਤਾ ਨਹੀਂ ਕੀ ਹੋਏਗੀ ਮੋਨੀਟਿਸਰੀ ਟੀਚਿੰਗ, ਪਤਾ ਚੱਲਿਆ ਜੀ ਜਿਹੜੇ ਨਾਰਮਲ ਘਰ ਦੇ ਕੰਮ ਹੈ, ਮਟਰ ਛਿਲਕੇ ਦੂਜੇ 'ਚ ਪਾਣੇ, ਇੱਕ ਭਾਂਡੇ ਤੋਂ ਦੂਜੇ, ਛੋਟੇ ਛੋਟੇ ਕੰਮ, ਕਹਿੰਦੇ ਇਹਦੇ ਨਾਲ ਬ੍ਰੇਨ ਹੱਥਾਂ ਦੀ ਕੋਆਰਡੀਨੇਸ਼ਨ ਵਧੀਆ ਹੁੰਦੀ। ਤੇ ਦੱਸੋ ਜੇ ਪਹਿਲਾਂ ਹੀ ਮਾਤਾ ਪਿਤਾ ਬੱਚਿਆਂ ਨੂੰ ਨਾਲ ਲਾ ਲੈਣ, ਬੇਟੇ ਬੇਟੀ ਦੋਨਾਂ ਨੂੰ, ਜੇ ਘਰੋਂ ਨਾਲ ਰਸੋਈ ਵਿੱਚ ਲਾਣ, ਛੋਟੇ ਛੋਟੇ ਕੰਮਾਂ ਦੇ ਵਿੱਚ ਲਾਣ, ਤੇ ਉਹ ਫਿਜ਼ੀਕਲੀ ਐਕਟਿਵ ਰਹਿਣ ਦੀ ਆਦਤ ਜਿਹੜੀ ਹੈ ਉਹ ਰਹੇਗੀ, ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮੈਂ ਇੱਥੇ ਇੱਕ ਕਿਸੇ ਖਾਸ ਪਰਸਨ ਦੀ ਖੁਸ਼ਾਮਦੀ ਨਹੀਂ, ਪਰ ਮੇਰੇ ਕੋਲ ਰਿਹਾ ਨਹੀਂ ਜਾਂਦਾ, ਮੈਂ ਐਵੇਂ ਦੇ ਸਰਕਲ 'ਚ ਅਸੀਂ ਰਹਿੰਦੇ ਹਾਂ। ਮੈਨੂੰ ਗੁਰਲੀਨ ਆਂਟੀ ਜੀ, ਹਰਦੀਪ ਆਂਟੀ ਜੀ, ਗੁਰਬੀਰ ਅੰਕਲ ਜੀ, ਬਲਦੇਵ ਸਿੰਘ ਜੀ, ਮਤਲਬ ਇੰਨੀ ਨੇੜੇ ਨੇੜੇ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਘਰ ਹੈ। ਮੈਂ ਕਹਿੰਦੀ ਹਾਂ ਕਿ ਇੰਨਾ ਕੁਝ ਸਿੱਖਣ ਨੂੰ ਮਿਲਦਾ। ਹੋਰ ਸਾਡੇ ਬਜ਼ੁਰਗ ਬਈ ਕਿਸ ਤਰ੍ਹਾਂ ਇੱਕ ਉਦਮੀ ਬੰਦੇ, ਕਿਸ ਤਰ੍ਹਾਂ ਘਰ ਸਾਹਮਣੇ, ਕਿੱਦਾਂ ਗੁਰਮਤਿ ਦਾ ਪ੍ਰਚਾਰ ਕਰ ਰਹੇ, ਕਿੰਨਾ ਪਿਆਰ ਹਿਰਦੇ ਵਿੱਚ। ਜਦੋਂ ਮੈਂ ਚੰਡੀਗੜ੍ਹ ਵਿਆਹ ਕੇ ਆਈ ਸੀਗੀ ਤੇ ਮੈਨੂੰ ਐ ਲੱਗ ਰਿਹਾ ਸੀ ਵੀ ਮੇਰੇ ਪੇਕੇ ਨੇ ਇਹ ਸਾਰੇ, ਕਿਉਂਕਿ ਗੁਰਬਾਣੀ ਪਿਆਰ ਸਿਖਾਉਂਦੀ ਹੈ, ਪ੍ਰੇਮ। ਤੇ ਜਿਹੜਾ ਪ੍ਰੇਮ ਹੈ, ਪ੍ਰੇਮ ਹੁਣ ਵਾਹਿਗੁਰੂ ਤਾਂ ਮੈਨੂੰ ਏਦਾਂ ਮਿਲ ਨਹੀਂ ਰਹੇ ਕਿੱਥੇ ਹੈਗੇ ਆ, ਪ੍ਰੇਮ ਤਾਂ ਮੈਂ ਉਹਦੇ ਪਿਆਰਿਆਂ ਨਾਲ ਹੀ ਜਿਤਾ ਸਕੂੰਗੀ ਨਾ। ਤੇ ਜਦੋਂ ਉਹ ਅਸੀਂ ਦੂਜੀਆਂ ਧੀਆਂ ਨੂੰ ਅਸੀਂ ਆਪਣੀਆਂ ਧੀਆਂ ਸਮਝ ਰਹੇ, ਉਹਨਾਂ ਨੂੰ ਇੰਨਾ ਪਿਆਰ, ਇੰਨਾ ਅਸੀਂ ਉਸ ਵਿਚਾਰਾਂ ਦੀ ਸਾਂਝ ਕਰ ਰਹੇ, ਸਾਡੀ ਸੰਗਤ ਬਣ ਰਹੀ ਹੈ, ਤੇ ਫਿਰ ਜਿਹੜਾ ਸਾਡਾ ਇੱਕ ਸੁੱਖ ਹੈ, ਪਰਮ ਸੁੱਖ ਪਰਮਾਤਮਾ, ਉਹਨੂੰ ਮਿਲਣਾ ਸਹਿਜ ਹੋ ਜਾਂਦਾ ਹੈ। ਤੇ ਪ੍ਰੇਮ ਚੋਂ ਉਪਜਦੇ ਕਾਰਜ ਹੀ ਸਾਰੇ ਧਰਮ ਹੁੰਦੇ ਨੇ। ਕਿਉਂਕਿ ਕਿਸੇ ਸਿਆਣੇ ਨੇ ਬੜੇ ਪਿਆਰੀ ਗੱਲ ਦੱਸੀ ਸੀਗੀ ਕਿ ਬਸ ਕਿਸੇ ਵੀ ਕੰਮ ਕਰਨ ਨੂੰ ਪਹਿਲਾਂ ਠੀਕ ਹੈ ਕੰਮ ਕਿ ਗਲਤ ਹੈ, ਇਹ ਦੇਖਣ ਤੋਂ ਪਹਿਲਾਂ ਉਹਦੇ ਵਿੱਚ ਕੰਪੈਸ਼ਨ ਆ ਜਾਏ। ਜਦੋਂ ਉਹਦੇ ਵਿੱਚ ਦਇਆ ਆ ਜਾਏਗੀ, ਤੇ ਦਇਆ ਤੋਂ ਉਪਜਿਆ ਹਰ ਕੰਮ, ਪ੍ਰੇਮ ਤੋਂ ਉਪਜਿਆ ਹਰ ਕੰਮ ਸਹੀ ਹੀ ਹੋਊਗਾ। ਤੇ ਸਾਨੂੰ ਬਾਣੀ ਕੰਠ ਇੱਕ ਹੋਰ ਚੀਜ਼ ਸੀਗੀ ਜਿਹੜੀ ਅਸੀਂ ਬਾਣੀ ਕੰਠ ਕਰਦੇ ਹੁੰਦੇ ਸੀਗੇ, ਹਨਾ। ਤੇ ਕਹਿਣਾ ਸਾਡਾ, ਉਹ ਅਗਰ ਅਸੀਂ ਇਹ ਸ਼ੁਰੂ ਕਰ ਦਈਏ ਤੇ ਕਦੀ ਵੀ ਡਿਪੈਂਡੈਂਸੀ ਨਹੀਂ ਹੋਊਗੀ। ਮੋਬਾਈਲ ਦੀ ਵੀ ਟੈਕਨੋਲੋਜੀ ਜਿਹੜੀ ਹੈ ਬਹੁਤੀ ਚੰਗੀ ਨਹੀਂ ਕਿ ਮੋਬਾਈਲਾਂ ਤੋਂ ਦੇਖ ਦੇਖ ਕੇ, ਠੀਕ ਹੈ, ਬਹੁਤ ਸਾਡੀ ਸਹੂਲੀਅਤ ਹੈ। ਤੇ ਹਾਂਜੀ, ਸਲਾਈਡ ਵੱਲ ਆਈਏ ਜੇ, ਤੇ ਗੁਰਮਤ ਐਟੀਟਿਊਡ ਤੇ ਵੈਲਿਊਜ਼। ਵਿਸਮਾਦ ਵੀ ਇੱਕ, ਵਿਸਮਾਦ 'ਚ ਜਾਣਾ ਵੀ ਇੱਕ ਐਸੇ ਤੁਹਾਡੇ ਕੈਮੀਕਲ ਰਿਲੀਜ਼ ਹੁੰਦੇ ਆ ਬੋਡੀ ਵਿੱਚੋਂ, ਤੁਸੀਂ ਬੜੇ ਲਾਈਟ ਫੀਲ ਕਰਦੇ ਹੋ। ਸ਼ੁਕਰਾਨਾ ਬੜੀ ਵੱਡੀ ਦਾਤ ਹੈ। ਅੱਜ ਕੱਲ ਤਾਂ ਬਾਕੀ ਦੁਨੀਆ 'ਚ ਵੀ ਤੁਸੀਂ ਦੇਖੋ ਕਿੰਨਾ ਕੁ ਜ਼ਿਆਦਾ ਗ੍ਰੇਟਫੁਲਨੈਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ। ਸ਼ੁਕਰਾਨਾ, ਸਬਰ, ਸੰਤੋਖ, ਭਰੋਸਾ, ਉਦਮ, ਸੇਵਾ, ਤੇ ਫਿਰ ਚੜ੍ਹਦੀ ਕਲਾ। ਚੜ੍ਹਦੀ ਕਲਾ ਦੇ ਵਿੱਚ ਕੀ ਮੈਂ ਦੱਸਣਾ ਚਾਹੂੰਗੀ ਵੀ ਅਸੀਂ ਨਾ ਵਿਚਾਰੇ ਬਣਨ ਵਾਲੀ ਸਾਡੇ 'ਚ ਬੜੀ ਟੈਂਡੈਂਸੀ ਹੈ, ਹੈਨਾ। ਜਿਵੇਂ ਸਪੋਜ਼ ਕੋਈ ਘਰੇ ਆ ਗਿਆ, ਹੁਣ ਮੈਂ ਘਰ ਦਾ ਕੰਮ ਕੀਤਾ, ਕੋਈ ਗੈਸਟ ਆ ਗਏ, ਮੰਨ ਲਓ ਮੰਮੀ ਦੀ ਕੋਈ ਵਿਚਾਰਿਆਂ ਨੂੰ ਲੱਤ 'ਚ ਦਰਦ ਹੋ ਗਈ, ਪਿੱਠ, ਬਜ਼ੁਰਗ ਨੇ ਉਹ ਬੈਠ ਗਏ, ਤੇ ਬੀਬੀ ਆਏਗੀ ਰਸੋਈ 'ਚੋਂ ਕਹੇਗੀ ਉਹ ਵਿਚਾਰੀ ਕੱਲੀ ਲੱਗੀ ਹੋਈ ਹੈ, ਤੇ ਮੈਂ ਵੀ ਫਟਾਫਟ ਸਮਝਣਾ ਹਾਂ ਹਾਂ ਮੈਂ ਤਾਂ ਵਿਚਾਰੀ। ਚੜ੍ਹਦੀ ਕਲਾ ਹੈ ਨਾ, ਉਹਨੇ ਕੀ ਕਹਿਣਾ ਸੀ, ਮੈਂ ਜਵਾਨ ਜਹਾਨ ਆ, ਚਾਰ ਬੰਦੇ ਹੋਰ ਆ ਜਾਣ ਕੋਈ ਗੱਲ ਨਹੀਂ ਜੀ, ਹੈ ਨਾ। ਤੋ ਸੌਰੀ ਸ਼ਾਇਦ ਐਗਜ਼ਾਮਪਲ ਛੋਟੀ ਜੀ ਆ ਗਈ, ਬਟ ਚੜ੍ਹਦੀ ਕਲਾ ਦਾ ਮਤਲਬ ਸੀ ਵੀ ਕਿਸੇ ਵੀ ਹਾਲਾਤ, ਕਿਸੇ ਵੀ ਅੱਤ ਦਰਜੇ ਦੀ ਪੋਜ਼ਿਟਿਵਿਟੀ, ਮੈਨੂੰ ਲੱਗਦਾ ਇਹਦਾ ਕੋਈ ਇੰਗਲਿਸ਼ ਵਰਡ ਵੀ ਨਹੀਂ ਹੈ, ਅੱਤ ਦਰਜੇ ਦੀ ਪੋਜ਼ਿਟਿਵਿਟੀ, ਕਦੀ ਕੋਈ ਨਿਰਾਸ਼ਾ ਹੀ ਨਹੀਂ ਹੈ, ਕਦੀ ਕਿਸੇ ਗੱਲ ਦਾ ਗਿਲਾ ਨਹੀਂ ਹੈ, ਕੋਈ ਨਿੰਦਾ ਨਹੀਂ ਹੈ, ਹਨਾ। ਸੋ ਬਸ ਚੜ੍ਹਦੀ ਕਲਾ ਆਰੇ ਨਾਲ ਕੱਟ ਰਹੇ ਆ, ਬਟ ਫਿਰ ਵੀ ਖੁਸ਼ ਹੈਗੇ ਆ, ਹਨਾ। ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਏਦਾਂ ਹੀ ਨਹੀਂ ਆਉਂਦੀਆਂ, ਇਹ ਸੰਗਤ ਔਰ ਸਿਮਰਨ ਜਿਹੜਾ ਹੈ, ਉਹ ਮੈਨੂੰ ਇਹ ਲੱਗਦਾ ਹੈ ਕਿ ਬਾਰ-ਬਾਰ ਆਪਣੇ ਆਪ ਨੂੰ ਜਦੋਂ ਅਸੀਂ ਯਾਦ ਕਰਾਉਂਦੇ ਹਾਂ, ਕੋਈ ਵੀ ਇੱਕ ਔਗਣ ਹੈ, ਜਦੋਂ ਅਸੀਂ ਆਪਣਾ ਇੱਕ ਔਗਣ ਠੀਕ ਕਰਦੇ ਹਾਂ, ਸਿਮਰਨ ਦੇ ਥਰੂ ਹੀ ਕਰ ਪਾਉਂਦੇ ਹਾਂ। ਕਿਉਂਕਿ ਜੇ ਸਪੋਜ਼ ਮੈਨੂੰ ਗੁੱਸਾ ਕਰਨ ਦੀ ਆਦਤ ਹੈ, ਤਾਂ ਪਹਿਲੇ ਮੈਨੂੰ ਯਾਦ ਹੋਏਗਾ ਕਿ ਗੁੱਸਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ। ਫਿਰ ਜਦੋਂ ਗੁੱਸਾ ਆ ਜਾਏਗਾ, ਆਉਣ ਤੋਂ ਬਾਅਦ ਪਛਤਾਵਾ ਹੋਏਗਾ, ਫਿਰ ਯਾਦ ਆਏਗਾ ਨਹੀਂ ਕਰਨਾ ਸੀ। ਫਿਰ ਕੀ ਹੋਏਗਾ, ਵੇਲਾ ਆਏਗਾ ਕਿ ਗੁੱਸਾ ਕਰਨ ਤੋਂ 1 ਮਿੰਟ ਪਹਿਲਾਂ ਯਾਦ ਆ ਜਾਏਗਾ ਨਹੀਂ ਗੁੱਸਾ ਨਹੀਂ ਕਰਨਾ। ਇਹ ਪ੍ਰੈਕਟਿਸ ਹੋਈ ਸੀ ਸਿਮਰਨ ਦੇ ਥਰੂ। ਆਪਣੇ ਔਗਣਾਂ ਨੂੰ ਮੈਂ ਚੁਣਿਆ, ਦੇਖਿਆ ਮੈਂ ਦਿਨ 'ਚ ਕਿੱਦਾਂ ਕੀ ਬਿਹੇਵ ਕਰਦੀ ਹਾਂ, ਕੀ ਮਾੜਾ ਕਰਦੀ ਹਾਂ, ਉਹਨੂੰ ਪਿਕ ਕੀਤਾ, ਇਹਨੂੰ ਰਿਪੀਟ ਨਹੀਂ ਕਰਨਾ, ਫਿਰ ਉਹਨੂੰ ਯਾਦ ਰੱਖਿਆ, ਬਾਣੀ ਦੇ ਸ਼ਬਦਾਂ ਦਾ ਸਹਾਰਾ ਲਿਆ, ਹੈ ਨਾ। ਸੋ ਬੈਰਾਗ ਆਇਆ,
ਪੜਿਆ ਵੀ ਹੈ ਨਾ, ਤੇ ਉਹ ਚੀਜ਼ਾਂ ਨੇ, ਸੰਗਤ ਨੇ ਮੈਨੂੰ ਗੁਰਬਾਣੀ ਦੀ ਬਾਰ-ਬਾਰ ਇੰਟੈਂਸਿਟੀ ਨਾਲ, ਆਪਣੇ ਇਮੋਸ਼ਨ ਨਾਲ ਪੜਿਆ ਜਦੋਂ ਗੁਰਬਾਣੀ ਨੂੰ, ਤੇ ਉਹਨੇ ਮੈਨੂੰ ਸਹਿਜੇ ਹੀ, ਬਿਲਕੁਲ ਸਹਿਜ ਦੇ ਵਿੱਚ ਹੀ ਬਾਣੀ ਨੇ ਮੈਨੂੰ ਚੇਂਜ ਕਰ ਦਿੱਤਾ। ਤੇ ਅਗਲੀ ਸਲਾਈਡ ਕਰਿਓ ਜੀ, ਅਗਲੀ ਕਰਿਓ ਜੀ। ਤੇ ਹੁਣ ਅਸੀਂ ਆਲਮੋਸਟ ਡਨ ਹੈ, ਬਟ ਗੁਰਬਾਣੀ ਦੇ ਕੁਝ ਸ਼ਬਦ ਨੇ ਜਿਹੜੇ ਨਾਲ ਜ਼ਰੂਰ ਅਸੀਂ ਉਹਨਾਂ ਨੂੰ ਦੇਖ ਕੇ ਆਪਣਾ ਗਾਈਡੈਂਸ ਲਵਾਂਗੇ। ਸਭ ਤੋਂ ਪਹਿਲਾਂ ਜਦੋਂ ਅਸੀਂ ਸਟਾਰਟ ਕੀਤਾ, ਮੰਨ ਲਓ ਲਾਈਫ ਸਟਾਈਲ ਜਿਹੜਾ ਮੈਂ ਕਹਿੰਦੀ ਹਾਂ ਕਿ ਚੇਂਜ ਹੋ ਰਿਹਾ ਸੀ, ਹੈ ਨਾ, ਸੋ ਕਾਲਡ ਮਾਡਰਨ, ਜਿਹਦੇ ਵਿੱਚ ਕੀ ਫਾਈਨੈਂਸ਼ੀਅਲ ਜਾਂ ਕਰੀਅਰ ਅੱਜ ਦੀ ਡੇਟ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਹੋ ਰਿਹਾ ਹੈ ਨਾ। ਤੇ ਉਹ ਜਿਹੜਾ ਹੈ, ਇੱਕ ਮਿੰਟ, ਹਾਂਜੀ, ਜਿਹੜਾ ਤੁਹਾਡਾ ਹੈ, ਉਹ ਸ਼ੁਰੂਆਤ ਕਿੱਥੋਂ ਹੁੰਦੀ ਹੈ? ਪ੍ਰਾਇੋਰਟੀਜ਼ ਤੋਂ। ਹਮੇਸ਼ਾ ਤੁਸੀਂ ਆਪਣੀ ਪ੍ਰਾਇੋਰਟੀ ਯਾਦ ਰੱਖਣੀ। ਗੁਰਬਾਣੀ ਕਿਵੇਂ ਕਹਿੰਦੀ ਹੈ? ਮੰਗਣਾ ਏਦਾਂ ਹੀ ਨਹੀਂ ਵੀ ਹੱਥ ਜੋੜ ਕੇ ਅਸੀਂ ਸਿੱਧਾ ਖੜ ਗਏ ਬਾਬਾ ਜੀ ਦੇ ਅੱਗੇ ਤੇ ਫਿਰ ਮੰਗ ਰਹੇ ਹੋ। ਮੰਗਣਾ ਇਹ ਕਿ ਜਿਹੜੀ ਇੱਛਾਵਾਂ ਅਸੀਂ ਬਣਾਏ ਤੇ ਆ ਨਾ ਆਪਣੀਆਂ ਡੇਲੀ, ਮੰਗਣਾ ਮੰਗਣ ਨਿੱਕਾ ਹਰ ਜਸ ਗੁਰ ਤੇ ਮੰਗਣਾ। ਪਹਿਲੀ ਹੀ ਲੋੜ ਜਦੋਂ ਮੈਨੂੰ ਬਦਲਣ ਲੱਗੀ, ਜਦੋਂ ਮੈਂ ਬੱਚੇ ਨੂੰ ਸੰਗਤ, ਕੀਰਤਨ ਜਾਂ ਫਿਰ ਗੁਰਬਾਣੀ ਕੰਠ ਜਾਂ ਕਿੰਨੀਆਂ ਗੁਰਮਤਿ ਐਕਟੀਵਿਟੀਜ਼ ਤੋਂ ਦੂਰ ਕਰਕੇ ਮੈਂ ਪੜ੍ਹਾਈ ਜਾਂ ਦੂਜੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਹੜੇ ਮੈਂ ਪਾਉਣ ਲੱਗੀ, ਤਾਂ ਮੈਂ ਯਾਦ ਕਰਦੀ ਵੀ ਮੈਂ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਵੀ ਮੈਨੂੰ ਸਭ ਤੋਂ ਪਹਿਲੀ ਪ੍ਰਾਇੋਰਟੀ ਹੈ, ਮੈਂ ਜੋ ਮੰਗਣਾ ਉਹ ਗੁਰੂ ਦਾ ਜਸ ਮੰਗਣਾ ਹੈ। ਅਗਲੀ ਸਲਾਈਡ ਕਰਿਓ ਜੀ। ਹੁਣ ਇਹਦੇ ਵਿੱਚ ਵੀ ਸਾਨੂੰ ਦੇਖੋ ਗਾਈਡੈਂਸ ਹੈ। ਸ਼ਬਦ ਤਾਂ ਮੈਂ ਇਸ ਤਰ੍ਹਾਂ ਪਾਏ ਕਿ ਇਹ ਡੇਲੀ ਦੇ ਯਾਦ ਨੇ, ਪਰ ਸਾਰੀ ਹੀ ਬਾਣੀ ਸਾਨੂੰ ਗਾਈਡ ਕਰ ਰਹੀ ਹੈ ਲਾਈਫ ਸਟਾਈਲ। ਹੁਣ ਇੱਥੇ ਦੱਸ ਰਹੀ ਹੈ, ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ, ਹੈਨਾ। ਤੇ ਫੇਰ ਗੱਲ ਆ ਗਈ ਕਿ ਹਰੀ ਨੂੰ ਸੁਣਨਾ ਹੈ, ਤੇ ਹਰੀ ਨੂੰ ਸੁਣਨ ਲਈ ਸਾਡੇ ਕੋਲ ਤੇ ਆਲਰੇਡੀ ਵੀ ਆਰ ਗਿਫਟਡ, ਸਾਡੇ ਕੋਲ ਇੰਨੀ ਗੁਰਬਾਣੀ ਹੈ, ਡੇਲੀ ਅਸੀਂ ਪੜ੍ਹੀਏ ਤੇ ਉਹਦੇ ਵਿੱਚ ਸਾਨੂੰ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਨਾ। ਤੇ ਅੱਗੇ ਚੱਲੀਏ ਜੀ ਪਲੀਜ਼। ਹਾਂਜੀ, ਤੇ ਇਹ ਅੱਗੇ ਚੱਲਦੇ ਹਾਂ ਜੀ, ਸੌਰੀ। ਹਾਂਜੀ, ਹੁਣ ਇੱਕ ਚੀਜ਼ ਹੋਰ ਹੈ, ਬਿਹੇਵੀਅਰ ਐਂਡ ਓਪੀਨੀਅਨਸ। ਸਾਨੂੰ ਗੁਰਬਾਣੀ ਕਿੱਦਾਂ ਗਾਈਡ ਕਰਦੀ ਹੈ ਵੀ ਜਦੋਂ ਕੋਈ ਦੁੱਖ ਆ ਗਿਆ, ਸੁੱਖ ਆ ਗਿਆ, ਉਸ ਟਾਈਮ ਤੇ ਅਸੀਂ ਕਿੱਦਾਂ ਬਿਹੇਵ, ਜਿੱਦਾਂ ਸਾਨੂੰ ਰੋਕਿਆ ਤਾਂ ਜਾਂਦਾ ਵੀ ਰੋਣੇ ਪਿੱਟਣੇ ਨਹੀਂ ਆਪਾਂ ਕਰਨੇ, ਕੋਈ ਜੀ ਚਲਾ ਗਿਆ ਹੈ ਨਾ, ਜਾਂ ਕੋਈ ਹੋਰ ਕੱਲੇ ਕਲੇਸ਼ ਆ ਗਿਆ, ਤੇ ਉਹ ਗੁਰੂ ਮਹਾਰਾਜ ਸਮਝਾਉਂਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਹੈ ਨਾ। ਤੇ ਫਿਰ ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਜਦੋਂ ਅਸੀਂ ਕੰਚਨ ਨੂੰ ਮਿੱਟੀ ਮੰਨਾਂਗੇ, ਫਿਰ ਸਾਨੂੰ ਕੋਈ ਲਾਲਚ ਭਰਮਾ ਸਕਦਾ? ਕੋਈ ਲਾਲਚ, ਕੋਈ ਜੌਬ ਦਾ, ਕੋਈ ਕੰਫਰਟ ਦਾ, ਕੋਈ ਕਿਸੇ ਚੀਜ਼ ਦਾ। ਇਹ ਜਦੋਂ ਕੰਚਨ ਨੂੰ ਮਾਟੀ ਏਦਾਂ ਹੀ ਨਹੀਂ ਵੀ ਜਿਹੜਾ ਨਾਰਮਲ ਸੋਨਾ ਮਿਲ ਰਿਹਾ ਉਹਨੂੰ ਅਸੀਂ ਮਿੱਟੀ ਸਮਝ ਕੇ ਚਲੋ ਜੀ, ਹੈ ਨਾ, ਉਸਦੀ ਬੇਕਦਰੀ ਕਰ ਦਈਏ। ਸੋਨਾ ਵੀ ਚਲੋ ਚਾਹੀਦਾ, ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਐਨ ਬਾਂਕੇ ਬਣ ਕੇ ਰਹਿਣ ਲਈ ਕਿਹਾ, ਹੈ ਨਾ। ਬਟ ਅਸੀਂ ਕਿਵੇਂ ਆਪਣੀ ਲਾਈਫ ਦੇ ਡਿਸੀਜਨ ਹੈ, ਉਹੀ ਮੈਂ ਗੱਲ ਕਰ ਰਹੀ ਸੀ, ਜਦੋਂ ਕੋਈ ਬਦਲਾਅ ਆ ਰਿਹਾ ਹੈ। ਕਾਰਪੋਰੇਟਸ ਦੀਆਂ ਚਾਲਾਂ ਨੇ, ਕੀ ਚਾਲਾਂ ਨੇ? ਉਹਨਾਂ ਨੇ ਆਪਣੀ ਪਾਣੀ ਦੀ ਬੋਟਲ ਵੇਚਣੀ ਹੈ, ਪਾਣੀ ਦੀ ਬੋਟਲ ਵੇਚਣੀ ਹੈ, ਤੇ ਤੁਹਾਨੂੰ ਐਡਵਰਟਾਈਜ਼ਮੈਂਟ ਆ ਗਈ, ਡਾਕਟਰਾਂ ਦੇ ਨੂੰ ਪੈਸਾ ਚੜਾਤਾ, ਹਰ ਪਾਸੇ ਤੁਹਾਨੂੰ ਏਦਾਂ ਇੰਪੋਰਟੈਂਟ ਕਰਾਤਾ ਕਿ ਹਾਂ ਭਾਈ ਇਹ ਪਾਣੀ ਤੋਂ ਪੀਤੇ ਬਿਨਾ ਤਾਂ ਤੁਹਾਨੂੰ, ਤੁਸੀਂ ਤਾਂ ਬਿਮਾਰ ਹੋਏ ਕਿ ਹੋਏ, ਕਿਡਨੀਆਂ ਤੁਹਾਡੀਆਂ ਹੋਈਆਂ ਕਿ ਹੋਈਆਂ ਖਰਾਬ। ਬਟ ਕੀ ਉਸ ਤੋਂ ਪਹਿਲਾਂ ਤੱਕ ਅਸੀਂ ਵਿਚਾਰ ਕਰ ਲਈ ਆਪਣੇ ਬਜ਼ੁਰਗਾਂ ਦੀ, ਆਪਣੇ ਆਪ ਦੀ ਜਿਹੜੇ ਸਿਰਫ ਪਿਆਸ ਲੱਗੇ ਤੇ ਹੀ ਪਾਣੀ ਪੀਂਦੇ ਸੀਗੇ? ਜਾਂ ਫਿਰ ਜਿਵੇਂ ਐਗਜ਼ਾਮਪਲ ਨਹੀਂ ਟੂ ਜੇ ਮੈਂ ਕਹਾਂ ਜੀ, ਉਹਨਾਂ ਨੇ ਕਿਹਾ ਵੀ ਭਾਈ ਆਂਵਲਾ ਤਾਂ ਬਹੁਤ ਵਧੀਆ ਚੀਜ਼ ਹੈ, ਇੰਨਾ ਵਧੀਆ ਚੀਜ਼ ਹੈ, ਤੁਸੀਂ ਖਾਓਗੇ ਇਹ ਹੋ ਜਾਏਗਾ, ਉਹ ਹੋ ਜਾਏਗਾ, ਸਭ ਹੋ ਜਾਏਗਾ। ਕੀ ਅਸੀਂ ਆਪਣੇ ਸਰੀਰ ਦੀ ਪ੍ਰਵਿਰਤੀ ਦੇਖੀ? ਵਾਈ ਵੱਧਦੀ ਹੈਗੀ ਹੈ ਤੇ ਤੁਸੀਂ ਆਂਵਲਾ ਖਾ ਲਿਆ ਤੇ ਤੁਸੀਂ ਦਰਦਾਂ ਕਰਾ ਕੇ ਬਹਿ ਜਾਓਗੇ, ਹਨਾ। ਅਸੀਂ ਉਸ ਜਿਹੜਾ ਲਾਲਚ ਹੈ, ਉਹ ਜਿਹੜਾ ਭ੍ਰਮ ਹੈ, ਭੁਲੇਖਾ ਹੈ ਨਾ, ਉਹ ਬਾਹਰਲਾ ਗਿਆਨ ਹੈ, ਜਿਹੜਾ ਆਊਟਰ ਸਪੇਸ ਹੈ, ਉਹਨੂੰ ਉਹਦੇ ਵਿੱਚ ਚਕਾਚੌਂਧ ਹੋਣ ਦੀ ਬਜਾਏ ਜੇ ਅੰਦਰ ਨਾਲ ਆਪਣੇ ਸਰੀਰ ਨੂੰ ਪੁੱਛ ਲਈਏ, ਹੈਨਾ, ਵੀ ਆਪਣੇ ਸਰੀਰ ਨੂੰ ਆਬਜ਼ਰਵ ਕਰੀਏ ਕਿ ਇਹ ਖਾ ਕੇ ਕੋਈ ਕਿੱਦਾਂ ਦਾ ਫੀਲ ਕਰਦਾ, ਤੇ ਉਸ ਤੋਂ ਬਾਅਦ ਪਹਿਲਾਂ ਤਾਂ ਸਰੀਰ ਦੀ ਸ਼ਕਤੀ ਜਿਹੜੀ ਅੰਦਰਲੀ ਇੰਟਿਊਸ਼ਨ ਹੈ ਉਹ ਕਿਵੇਂ ਜਾਗਰੂਕ ਹੋਗੀ, ਉਹਦੇ ਤੇ ਕਿੱਦਾਂ ਬਿਲੀਵ ਕਰਾਂਗੇ ਅਸੀਂ, ਜਦੋਂ ਅਸੀਂ ਸਰਬ ਕਲਾ ਸਮਰੱਥ ਗੁਰੂ ਤੇ ਭਰੋਸਾ ਰੱਖਾਂਗੇ। ਸਰਬ ਕਲਾ ਸਮਰੱਥ ਗੁਰੂ
ਸਰਬ ਕਲਾ ਸਮਰੱਥ ਗੁਰੂ ਮਤਲਬ ਸਰਬ ਕਲਾ, ਮਤਲਬ ਉਹ ਡਾਕਟਰ ਵੀ ਹੈ, ਉਹ ਇੰਜੀਨੀਅਰ ਵੀ ਹੈ, ਉਹ ਮੇਰੇ ਸਰੀਰ ਦਾ ਹਰ ਪੁਰਜਾ ਜਾਣਦਾ, ਉਹਨੂੰ ਡਾਈਟ ਵੀ ਪਤਾ ਹੈ, ਉਹ ਨਿਊਟ੍ਰੀਸ਼ੀਅਸ ਵੀ ਹੈਗਾ, ਉਹ ਸਭ ਕੁਝ ਹੈਗਾ। ਤੇ ਜੇ ਮੈਂ ਉਹਦੇ ਤੇ ਭਰੋਸਾ ਰੱਖਦੀ ਆ, ਥੋੜੇ ਐਕਸਪੈਰੀਮੈਂਟ ਕਰਦੀ ਆ, ਉਹਨਾਂ ਦੇ ਭਰਮ ਭੁਲੇਖੇ, ਕਦੀ ਵੀ ਕੋਈ ਕਾਰਪੋਰੇਟਸ ਜਾਂ ਕੋਈ ਵੀ ਕੰਪਨੀਆਂ, ਕੋਈ ਵੀ ਆਪਣੇ ਲਾਲਚ ਕਰਕੇ ਸਾਨੂੰ ਬੁੱਧੂ ਨਹੀਂ ਬਣਾ ਸਕਣਗੇ, ਕਿਉਂਕਿ ਅਸੀਂ ਅੰਦਰੋਂ ਜੁੜੇ ਆ, ਵੀ ਆਰ ਕਨੈਕਟਡ ਥਰੂ ਧਿਆਨ। ਸਾਡਾ ਅਟੱਲ ਭਰੋਸਾ ਹੈ ਅਕਾਲ ਪੁਰਖ ਵਾਹਿਗੁਰੂ ਤੇ, ਹੈ ਨਾ। ਦੂਜਾ, ਅਸੀਂ ਨਿੰਦਿਆ ਲਾਈਫ ਸਟਾਈਲ ਕੀ ਹੈ, ਨਿੰਦਿਆ ਨਹੀਂ ਕਰਨੀ, ਕਿਸੇ ਦੀ ਉਸਤਤੀ ਨਹੀਂ ਕਰਨੀ, ਲੋਭ ਨਹੀਂ, ਮੋਹ ਨਹੀਂ, ਹੈ ਨਾ। ਸੋ ਅਗਲਾ ਸਲਾਈਡ ਪਲੀਜ਼। ਭਰੋਸਾ ਆਪਾਂ ਕਰ ਲਿਆ ਡਿਸਕਸ, ਅੱਗੇ ਜੀ ਇਹ ਵੀ ਅਸੀਂ ਡਿਸਕਸ ਕਰ ਲਿਆ, ਅੱਗੇ ਜੀ ਹਾਂਜੀ। ਸੋ ਫਿਰ ਵੀ ਸਾਡੇ ਗੁਰੂ ਸਾਹਿਬ ਦਾ ਜੇ ਅਸੀਂ ਇਤਿਹਾਸ ਦੇਖਦੇ ਹਾਂ, ਸਾਨੂੰ ਭੋਜਨ ਔਰ ਐਕਸਰਸਾਈਜ਼ ਦੋਨਾਂ ਨਾਲ ਸਾਡੇ ਮਹਾਰਾਜ ਨੇ ਜੋੜਿਆ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਹੁੰਦੇ ਸੀ ਸਿੰਘਾਂ ਦੇ, ਫਿਰ ਘੋਲ ਦੀ ਪ੍ਰੈਕਟਿਸ ਹੁੰਦੀ ਸੀ, ਹਨਾ, ਅਖਾੜੇ ਲੱਗਦੇ ਸੀ, ਪੂਰੀ ਕੁਸ਼ਤੀਆਂ, ਸਾਰੀ ਤਰ੍ਹਾਂ ਦੀਆਂ ਫਿਜ਼ੀਕਲ ਐਕਸਰਸਾਈਜ਼ਸ ਹੁੰਦੀਆਂ ਸੀਗੀਆਂ, ਜੋ ਕਿ ਅੱਜ ਦੇ ਸਮੇਂ ਵਿੱਚ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜਿਵੇਂ ਜਿੰਦਾ ਰਹਿਣ ਲਈ ਰੋਟੀ ਖਾਣੀ ਜ਼ਰੂਰੀ ਹੈ, ਐਕਸਰਸਾਈਜ਼ ਸਾਡੇ ਲਈ ਬਹੁਤ ਜ਼ਰੂਰੀ ਹੈ ਨਾ। ਬੜੇ ਸਾਰੇ ਆਪਾਂ ਆਰਟੀਕਲ ਪੜ੍ਹਦੇ ਆ ਕਿ ਸੈਰ ਕਰਨ ਨਾਲ ਜਾਂ ਐਕਸਰਸਾਈਜ਼ ਕਰਨ ਨਾਲ ਬ੍ਰੇਨ ਦੇ ਸੈਰੋਟੋਨਿਨ ਵਗੈਰਾ ਵਗੈਰਾ ਕੁਝ ਹਾਰਮੋਨਸ ਹੈ ਜਿਨ੍ਹਾਂ ਨਾਲ ਡਿਪਰੈਸ਼ਨ ਨਹੀਂ ਹੁੰਦਾ, ਹਨਾ। ਅੱਛਾ, ਡਾਈਟ ਦੇਖੋ, ਦੋ ਚੀਜ਼ਾਂ ਮੈਂ ਡਿਸਕਵਰ ਕੀਤੀਆਂ, ਹੋ ਸਕਦਾ ਸਾਰਿਆਂ ਤੇ ਨਾ ਟੁਕਦੀਆਂ ਹੋਣ, ਪਰ ਉਹ ਮੇਰੇ ਲਈ ਬਹੁਤ ਕਾਰਗਰ ਰਹੀਆਂ। ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਸੀ ਕੜਾਹ ਪ੍ਰਸ਼ਾਦ ਤੇ ਦਿੱਤੀ ਸੀ ਮਾਂ ਦੀ ਦਾਲ। ਮਾਂ ਦੀ ਦਾਲ ਮੈਂ ਇਸ ਕਰਕੇ ਕਹਿੰਦੀ ਵੀ ਉਹਨਾਂ ਨੇ ਦਾਨ ਨਹੀਂ ਸੀ ਕਰਨ ਦਿੱਤੀ, ਕਿਹਾ ਸੀ ਲੰਗਰਾਂ 'ਚ ਬਣੂਗੀ। ਤੇ ਪਿੱਛੇ ਜਾਂ ਕੁਝ ਆਯੁਰਵੇਦ ਦਾ ਸਟੱਡੀ ਕਰਨ ਦਾ ਮੌਕਾ ਮਿਲਿਆ ਤੇ ਉਹ ਕਹਿੰਦੇ ਵੀ ਮਾਂ ਦੀ ਦਾਲ ਹੈ ਨਾ ਜਿਹੜੀ, ਉਹ ਇੰਨੀ ਕੁ ਜ਼ਿਆਦਾ ਕਮਾਲ ਦੀ ਚੀਜ਼ ਹੈ, ਉਹਦੇ ਨਾਲ ਕਦੀ ਤੁਹਾਨੂੰ ਪੈਰਾਲਾਈਜ਼ ਨਹੀਂ ਹੋ ਸਕਦਾ। ਸਾਨੂੰ ਕੀ ਕੀਤਾ, ਸਾਡੇ ਤੋਂ ਮਾਂ ਦੀ ਦਾਲ ਖੋਲੀ ਗਈ, ਉਹਨੂੰ ਖਾਣ ਦਾ ਤਰੀਕਾ ਦੇਸੀ ਖੋਲਿਆ ਗਿਆ, ਕਾਰਪੋਰੇਟਸ ਜਿੱਦਾਂ ਵੀ ਖੋਇਆ, ਅਸੀਂ ਟੁੱਟੇ, ਅਸੀਂ ਭੁੱਲੇ, ਅਸੀਂ ਵਿਚਾਰੇ ਬਿਨਾਂ ਛੱਡਿਆ। ਕੜਾਹ ਪ੍ਰਸ਼ਾਦ ਦੇ ਬੇਅੰਤ ਗੁਣ, ਮੈਂ ਖੁਦ ਆਪਣੇ ਆਪ ਤੇ ਐਕਸਪੈਰੀਮੈਂਟ ਕੀਤੇ ਆ, ਵੀ ਜਦੋਂ ਮੈਨੂੰ ਫੀਵਰ ਹੋਇਆ, ਪਤਲਾ ਲੇਟਾ ਕੜਾਹ ਪ੍ਰਸ਼ਾਦ ਬਣਾ ਕੇ ਖਾਦਾ ਤੇ ਕੋਈ ਕੌਂਬੀਫਲੇਮ, ਕੋਈ ਪੈਰਾਸੀਟਾਮੋਲ ਦੀ ਲੋੜ ਨਹੀਂ, ਵੀ ਕੜਾਹ ਨਾਲ ਬੁਖਾਰ ਉਤਰੇ। ਸੋ ਮੈਂ ਬਾਰ-ਬਾਰ ਇਹ ਕਹੂੰਗੀ ਕਿ ਇਹ ਸਾਰਿਆਂ ਲਈ ਹੋ ਸਕਦਾ ਨਾ ਐਪਲੀਕੇਬਲ ਹੋਏ, ਪਰ ਜੋ ਸਾਨੂੰ ਮਿਲਿਆ ਸੀਗਾ ਕੋਈ ਨਾ ਕੋਈ ਐਕਸਪੀਰੀਅੰਸਸ ਤੋਂ ਮਿਲਿਆ ਸੀ, ਹਨਾ। ਜੇ ਅਸੀਂ ਕਨੈਕਟਡ ਰਹੀਏ, ਮੈਂ ਇਸ ਆਪਣੇ ਪੂਰੇ ਦਾ ਸਾਰਾਂਸ਼ ਜੇ ਦੱਸਣਾ ਚਾਹਾਂ ਅੱਜ ਦੀ ਪ੍ਰੈਜੈਂਟੇਸ਼ਨ ਦਾ, ਜੇ ਅਸੀਂ ਕਨੈਕਟਡ ਰਹੀਏ, ਸਾਰੇ ਹੀ ਜਾਣੇ, ਕੱਲਾ ਧਿਆਨ ਨਹੀਂ, ਧਿਆਨ ਕਿਵੇਂ, ਗੁਰੂ ਸਾਹਿਬ ਨੂੰ ਬਾਣੀ ਪ੍ਰਗਟ ਹੋਈ, ਧਿਆਨ ਸੀਗਾ ਉਹਦਾ ਜੁੜਿਆ। ਗੁਰੂ ਸਾਹਿਬ ਤੋਂ ਪਹਿਲਾਂ ਵੀ ਤਾਂ ਕੋਈ ਰੂਹਾਂ ਜੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਪ੍ਰਗਟ ਹੁੰਦਾ ਹੋਏਗਾ ਗਿਆਨ, ਕਿ ਸਾਨੂੰ ਨਹੀਂ ਕਬੀਰ ਵਾਂਗੂ, ਫਰੀਦ ਵਾਂਗੂ ਕੁਝ ਪ੍ਰਗਟ ਹੋ ਸਕਦਾ, ਹੈ ਨਾ। ਤੇ ਜੇ ਚਲੋ ਠੀਕ ਹੈ, ਸਾਡੇ 'ਚ ਓਨੀ ਨਹੀਂ ਹੈਗੀ ਸਟਰੈਂਥ, ਪਰ ਸਾਡੇ ਕੋਲ ਬਾਣੀ ਹੈ, ਤਾਂ ਧਿਆਨ, ਅਸੀਂ ਅਗਰ ਬਾਣੀ ਨਾਲ ਜੁੜਿਆ, ਅਸੀਂ ਆਪਣੇ ਇਤਿਹਾਸ ਨਾਲ ਜੁੜੇ, ਅਸੀਂ ਆਪਣੇ ਬਜ਼ੁਰਗਾਂ ਨਾਲ ਜੁੜਿਆ, ਕਨੈਕਟਡ ਆ, ਉਹਨਾਂ ਦੀ ਕਿਸੇ ਵੀ ਗੱਲ ਨੂੰ ਐ ਨਹੀਂ ਕਹਿੰਦੇ ਵੀ, ਉਹਨਾਂ ਦੇ ਐਕਸਪੀਰੀਅੰਸ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆ, ਹੈ ਨਾ। ਪੂਰਾ ਸਬਰ ਸੰਤੋਖ ਵਾਲਾ ਗੁਣ ਹੈਗਾ, ਫਿਰ ਅਸੀਂ ਜ਼ਿਆਦਾ ਹੀ ਨਹੀਂ ਖਾਵਾਂਗੇ, ਮੋਡਰੇਸ਼ਨ 'ਚ ਰਵਾਂਗੇ, ਹੈ ਨਾ। ਤੇ ਜਦੋਂ ਕੋਈ ਵੀ ਪੇਨ ਤੋਂ ਬਿਨਾਂ ਸੁੱਖ ਕੋਈ ਨਹੀਂ ਹੈ। ਜੇ ਅਸੀਂ ਫਿਜ਼ੀਕਲ ਫਿਟਨੈਸ ਚਾਹੁੰਦੇ ਹਾਂ, ਥੋੜਾ ਮਨ ਮਾਰ ਕੇ ਅੰਮ੍ਰਿਤ ਵੇਲੇ ਸਿਰ ਉੱਠਣਾ ਹੈ, ਜਿਨ੍ਹਾਂ ਦੀ ਰਾਤਾਂ ਦੀ ਜੌਬ ਹੈ, ਉਹ ਗੁਰਸਾਹਿਬ ਦਾ ਕਹਿੰਦੇ ਕਿਆ ਸਵਨਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਜਦੋਂ ਮੈਂ ਜੁੜਨਾ ਹੀ ਬਾਣੀ ਨਾਲ ਹੈ, ਠੀਕ ਹੈ, ਰਾਤ ਨੂੰ ਜਾ ਕੇ ਮੈਂ ਦਿਨ 'ਚ ਸੋਚਦੀ ਹਾਂ, ਰਾਤ ਨੂੰ ਮੈਂ ਬਾਣੀ ਕਰ ਸਕਦੀ ਹਾਂ। ਸੋ ਕਹਿਣ ਦਾ ਭਾਵ ਹੈ, ਸਾਡਾ ਜਿਹੜਾ ਧਿਆਨ ਹੈ, ਸਾਡਾ ਜਿਹੜਾ ਉਹ ਪਰਮ ਪਿਤਾ ਪਰਮਾਤਮਾ ਨਾਲ ਜਿਹੜਾ ਸਾਡਾ ਕਨੈਕਸ਼ਨ ਹੈ ਜੀ, ਉਹਨੂੰ ਅਸੀਂ ਆਪਣੀ ਤਾਰ ਨੂੰ ਜੋੜੇ ਰੱਖਣਾ ਹੈ। ਤੇ ਉਹਦੇ ਵਾਸਤੇ ਗੁਰਬਾਣੀ ਸੰਗਤ, ਇਹ ਦੋਨੋਂ ਚੀਜ਼ਾਂ, ਜਦੋਂ ਅਸੀਂ ਗੁਰਬਾਣੀ ਬਣਾਂਗੇ, ਪੜ੍ਹ ਕੇ ਹੰਡਾ ਕੇ ਇੱਕ ਸ਼ਬਦ ਨੂੰ, ਉਹਦੇ ਵਿੱਚੋਂ ਇਮੋਸ਼ਨ ਪਾ ਕੇ, ਤਾਂ ਫਿਰ ਸਾਨੂੰ ਹੈਲਦੀ ਤਨ ਮਨ ਦੇ ਅਰੋਗੀ ਹੋਣ ਤੋਂ ਕੋਈ ਨਹੀਂ ਰੋਕ ਸਕੇ। ਤੇ ਮਾਡਰਨ ਲਾਈਫ ਦਾ ਵੀ ਹੋਰ ਮਾਡਰਨ ਵੀ ਆ ਜੇ, ਗੁਰੂ ਦਾ ਸਿੰਘ ਜਿਹੜੇ ਗੁਰਬਾਣੀ ਹੈ ਲਾਈਫ ਸਟਾਈਲ, ਉਹ ਹਰ ਯੁੱਗ ਵਿੱਚ ਐਪਲੀਕੇਬਲ ਰਹੇਗੀ ਤੇ ਸਾਨੂੰ ਆਨੰਦਮਈ ਜੀਵਨ ਜਿਉਣ ਲਈ ਸਾਡੀ ਹੈਲਪ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।